Fundamental theorem of Galois theory, the next topic of discussion. Before moving to the proof of the main theorem, the fundamental theorem, we will need some definitions. So first definition is, let fx belonging to capital Fx be a polynomial and let k is its splitting field over f. Then the subgroup gk by f of f automorphisms of k is called Galois group of fx over f. ਕੀ ਕਰਨਾ ਹੈਗਾ ਇਹਦੇ ਵਿੱਚ, ਇਸ ਦੇ ਵਿੱਚ ਇੱਕ ਪੋਲੀਨੋਮੀਅਲ ਹੋਏਗੀ ਸਾਡੇ ਕੋਲ ਗਿਵਨ, ਅਸੀਂ ਉਸ ਪੋਲੀਨੋਮੀਅਲ ਦਾ ਜਿਹੜਾ ਗੈਲਵਾ ਗਰੁੱਪ ਹੈ ਉਹ ਕ੍ਰੀਏਟ ਕਰਨਾ ਹੈਗਾ। ਹੁਣ ਪੋਲੀਨੋਮੀਅਲ ਦਾ ਗੈਲਵਾ ਗਰੁੱਪ ਕਿਵੇਂ ਕ੍ਰੀਏਟ ਹੋਣਾ, ਪੋਲੀਨੋਮੀਅਲ ਦੇ ਕੋਰਸਪੋਂਡਿੰਗ ਕੀ ਕਰਾਂਗੇ, ਇਸ ਪੋਲੀਨੋਮੀਅਲ ਦੀ ਅਸੀਂ ਸਪਲਿਟਿੰਗ ਫੀਲਡ ਫਾਰਮ ਕਰ ਲਵਾਂਗੇ। fx belonging to capital Fx is a polynomial, k is its splitting field over f। ਤਾਂ ਇਸ ਪੋਲੀਨੋਮੀਅਲ ਦੀ ਸਪਲਿਟਿੰਗ ਫੀਲਡ ਅਸੀਂ ਲੈ ਲਵਾਂਗੇ and that is k। फिर ਜਿਹੜਾ gk by f ਜਿਹੜਾ ਗਰੁੱਪ ਆਫ f ਆਟੋਮੋਰਫਿਜ਼ਮਸ ਹੋਏਗਾ, ਜਿਸ ਦੇ ਵਿੱਚ k ਦੀਆਂ ਆਟੋਮੋਰਫਿਜ਼ਮਸ ਹੈ ਜਿਹੜੀਆਂ f ਦੇ ਐਲੀਮੈਂਟਸ ਨੂੰ ਫਿਕਸ ਕਰਦੀਆਂ ਨੇ, ਇਸ ਗਰੁੱਪ ਨੂੰ ਅਸੀਂ ਕਹਾਂਗੇ ਗੈਲਵਾ ਗਰੁੱਪ ਆਫ fx over f। ਪ੍ਰੀਵੀਅਸ ਡਿਸਕਸ਼ਨ ਨਾਲੋਂ ਥੋੜਾ ਜਿਹਾ ਡਿਫਰੈਂਸ ਕੀ ਕ੍ਰੀਏਟ ਹੋਇਆ, ਪਹਿਲਾਂ ਸਾਡੇ ਕੋਲ ge by f ਗਿਵਨ ਹੀ ਹੁੰਦਾ ਸੀਗਾ, e by f ਜੋ ਸੀ ਉਹ ਸਾਨੂੰ ਗਿਵਨ ਹੁੰਦਾ ਸੀ, ਅਸੀਂ ਫਿਰ ਉਸ ਤੋਂ ਬਾਅਦ ਉਹਦੇ ਉੱਪਰ ਕੈਲਕੂਲੇਸ਼ਨਸ ਕਰਦੇ ਸੀ। ਸੋ ਉਰੇ ਆਪਣੇ ਕੋਲ ਕੀ ਹੈ, ਪੋਲੀਨੋਮੀਅਲ ਪਹਿਲਾਂ ਤੋਂ ਗਿਵਨ ਹੈਗੀ ਹੈ, ਅਸੀਂ ਪੋਲੀਨੋਮੀਅਲ ਦੀ ਪਹਿਲਾਂ ਸਪਲਿਟਿੰਗ ਫੀਲਡ ਬਣਾਵਾਂਗੇ। ਪਹਿਲਾਂ ਸਾਡੇ ਕੋਲ ਕੀ ਹੁੰਦਾ ਸੀ, e by f ਅਗਰ ਗਿਵਨ ਹੁੰਦਾ ਸੀਗਾ, ਆਈ ਐਮ ਸ਼ੋਇੰਗ ਯੂ, ਅਗਰ e by f ਸਾਡੇ ਕੋਲ ਗਿਵਨ ਹੁੰਦਾ ਸੀਗਾ ਤਾਂ e ਐਕਸਟੈਂਸ਼ਨ ਸਾਨੂੰ ਪਹਿਲਾਂ ਤੋਂ ਹੀ ਗਿਵਨ ਹੁੰਦੀ ਸੀ, f ਦੀ ਆ ਐਕਸਟੈਂਸ਼ਨ ਹੈ ਜੀ, ਇਹਨੂੰ ਲੈ ਕੇ ਤੁਸੀਂ ਇਹਨੂੰ ਗਰੁੱਪ ਨੂੰ ਕੰਸਟਰਕਟ ਕਰ ਲਓ। ਅਸੀਂ ਪੋਲੀਨੋਮੀਅਲ ਬਾਅਦ ਨੂੰ ਬਣਾਉਂਦੇ ਸੀ, ਅਸੀਂ e ਨੂੰ ਦੇਖਦੇ ਸੀ ਕਿ ਕੀ ਗਿਵਨ ਹੈ, ਉਹਦੇ ਕੋਰਸਪੋਂਡਿੰਗ ਪੋਲੀਨੋਮੀਅਲ ਬਣਾ ਲਓ। ਹੁਣ ਉਲਟਾ ਹੋ ਗਿਆ, ਉਹ ਪੋਲੀਨੋਮੀਅਲ ਬਣਾ ਲੈਂਦੇ ਸੀ ਜਿਹਦਾ e ਸਪਲਿਟਿੰਗ ਫੀਲਡ ਹੁੰਦਾ ਸੀ। ਹੁਣ ਉਲਟਾ ਹੋ ਗਿਆ, ਪੋਲੀਨੋਮੀਅਲ ਪਹਿਲਾਂ ਗਿਵਨ ਹੈ ਤੇ e ਜਿਹੜਾ ਹੈ ਉਹ ਅਸੀਂ ਬਾਅਦ ਨੂੰ ਬਣਾਉਣਾ ਹੈ। ਮਤਲਬ ਕਿ ਪੋਲੀਨੋਮੀਅਲ ਪਹਿਲਾਂ ਗਿਵਨ ਹੈ, ਉਹਦੇ ਲਈ ਅਸੀਂ ਫਿਰ ਕੀ ਕਰਾਂਗੇ, ਉਹਦੀ ਸਪਲਿਟਿੰਗ ਫੀਲਡ ਬਣਾਵਾਂਗੇ ਤੇ ਉਹ ਜਿਹੜੀ ਸਪਲਿਟਿੰਗ ਫੀਲਡ ਆਏਗੀ ਉਹਨੂੰ ਐਜ਼ ਐਕਸਟੈਂਸ਼ਨ ਆਫ f ਲੈ ਕੇ gk by f ਅਸੀਂ ਕੰਸਟਰਕਟ ਕਰਾਂਗੇ। ਤਾਂ ਪ੍ਰੋਸੈਸ ਥੋੜਾ ਜਿਹਾ ਬਸ ਤੁਸੀਂ ਇਹ ਕਹਿ ਸਕਦੇ ਹੋ ਰਿਵਰਸ ਹੋ ਗਿਆ, ਪਹਿਲਾਂ ਇਹ ਗਿਵਨ ਹੁੰਦਾ ਸੀ, ਪੋਲੀਨੋਮੀਅਲ ਬਾਅਦ ਨੂੰ ਬਣਦੀ ਸੀਗੀ। ਹੁਣ ਆਪਣੇ ਕੋਲ ਪੋਲੀਨੋਮੀਅਲ ਪਹਿਲਾਂ ਗਿਵਨ ਹੈ, ਅਸੀਂ ਪੋਲੀਨੋਮੀਅਲ ਦੀ ਸਪਲਿਟਿੰਗ ਫੀਲਡ ਬਣਾ ਕੇ ਫਿਰ gk by f ਉਰੇ ਕੰਸਟਰਕਟ ਕਰਾਂਗੇ। then this will be known as the Galois group of the polynomial fx over f। so is tarah hai hega। so for example, polynomial is x square plus 1 belonging to rx, and we all knows that now this polynomial has the splitting field r iota। so let us suppose k is r iota, is its splitting field over f। ਤਾਂ ਗਰੁੱਪ k by r ਇਹ ਆਲਰੇਡੀ ਫਸਟ ਲੈਕਚਰ ਜਿਹੜਾ ਸੀਗਾ ਗੈਲਵਾ ਥਿਊਰੀ ਦਾ, ਉਸ ਦੇ ਵਿੱਚ ਮੈਂ ਡਿਸਕਸ ਕੀਤਾ ਸੀਗਾ, ਦੋ ਆਟੋਮੋਰਫਿਜ਼ਮਸ ਬਣਦੀਆਂ ਨੇ ਇਸ ਟਾਈਪ ਦੇ ਗਰੁੱਪ ਦੇ ਲਈ, ਸਿਗਮਾ 1 ਐਂਡ ਸਿਗਮਾ 2, ਜਿਸ ਤੋਂ ਸਿਗਮਾ 1 ਆਇਡੈਂਟੀਟੀ ਸੀਗਾ a plus iota b maps to a plus iota b, ਬਟ ਸੈਕੰਡ ਜਿਹੜਾ ਸੀ that is changes to plus iota to minus iota। ਤਾਂ ਇਹ ਦੋ ਮੈਪਿੰਗਸ ਇਹਦੇ ਵਿੱਚ ਹੁੰਦੀਆਂ ਨੇ। ਤਾਂ ਹੁਣ ਇਹ ਜਿਹੜਾ gk by r ਹੈ, ਇਟ ਇਜ਼ ਕਾਲਡ ਦਾ ਗੈਲਵਾ ਗਰੁੱਪ ਆਫ x square plus 1 over r। ਤਾਂ ਇਸ ਦੇ ਵਿੱਚ ਪੋਲੀਨੋਮੀਅਲ ਪਹਿਲਾਂ ਗਿਵਨ ਸੀ, ਅਸੀਂ ਗਰੁੱਪ ਜਿਹੜਾ ਹੈਗਾ वो accordingly construct कर लिया है। so next definition is a finite, normal and separable extension। तीनों चीज़ां जिस दे विच होणगियां, finite भी, normal भी, separable भी, that extension is called a Galois extension of f। so हुण जिन्नी भी discussion होनी है, I think so वो अपने कोल होनी है finite, normal and separable extensions दे ऊपर। so finite, separable and normal extension अगर होएगी तो previous lecture ਦੇ ਵਿੱਚ ਇਹ ਵੀ ਦੱਸਿਆ ਸੀਗਾ, अगर finite, separable and normal ਹੋਵੇ then f is the fixed field of ge by f and dimension e over f is equal to order of the Galois group ge by f। ਤਾਂ ਇਹ ਕੰਡੀਸ਼ਨਸ ਨਾਲ ਦੀ ਨਾਲ Galois extension ਲਈ ਫਾਲੋ ਅਪ ਹੋ ਜਾਣਗੇ। ਤਾਂ ਫੰਡਾਮੈਂਟਲ ਥਿਊਰਮ ਦੇ ਵਿੱਚ ਸਾਡੇ ਕੋਲ ਜਿਹੜੀ ਐਕਸਟੈਂਸ਼ਨ ਗਿਵਨ ਹੋਏਗੀ ਉਹ Galois extension ਹੀ ਹੋਏਗੀ। ਤੇ ਇਸ ਦੀ ਵੀ ਐਗਜ਼ਾਮਪਲ ਹੈਗੀ ਹੈ ਸਾਡੇ ਕੋਲ, if fx is a polynomial over a field f of characteristic 0। ਇਹ ਆਲਰੇਡੀ ਆਪਣਾ ਮਲਟੀਪਲ ਰੂਟਸ ਵਾਲਾ ਜਿਹੜਾ ਟੌਪਿਕ ਸੀਗਾ ਪ੍ਰੀਵੀਅਸ ਚੈਪਟਰ ਦਾ, ਚੈਪਟਰ 16 ਦਾ, ਉਹਦੇ ਵਿੱਚ ਡਿਸਕਸ ਹੋਇਆ ਸੀਗਾ ਕਿ ਕੈਰੈਕਟਰਿਸਟਿਕ 0 ਵਾਲੀ ਫੀਲਡ ਦੇ ਉੱਪਰ ਅਗਰ ਕੋਈ ਵੀ ਪੋਲੀਨੋਮੀਅਲ ਅਸੀਂ ਲੈਨੇ ਆ ਤਾਂ ਉਹਦੇ ਸਾਰੇ ਰੂਟਸ ਕੀ ਹੁੰਦੇ ਆ, ਕੋਈ ਵੀ ਇਰੈਡਿਊਸਿਬਲ ਅਗਰ ਲੈਨੇ ਆ ਤਾਂ ਉਹਦੇ ਸਾਰੇ ਰੂਟਸ ਸਿੰਪਲ ਹੁੰਦੇ ਆ। ਜਾਂ ਸੈਪਰੇਬਲ ਐਕਸਟੈਂਸ਼ਨਸ ਦੇ ਵਿੱਚ ਵੀ ਇਹ ਡਿਸਕਸ ਹੋਇਆ ਸੀਗਾ ਕਿ ਕੈਰੈਕਟਰਿਸਟਿਕ 0 ਵਾਲੀ ਫੀਲਡ ਦੇ ਉੱਪਰ ਕੋਈ ਵੀ ਅਗਰ ਪੋਲੀਨੋਮੀਅਲ ਲਓਗੇ ਉਹ ਹਮੇਸ਼ਾ ਸੈਪਰੇਬਲ ਹੀ ਹੋਏਗੀ। ਸੋ ਉਸਦੀ ਜਿਹੜੀ ਸਪਲਿਟਿੰਗ ਫੀਲਡ ਫਿਰ e ਅਸੀਂ ਬਣਾਵਾਂਗੇ fx ਦੀ, ਉਹ ਨਾਰਮਲ ਐਕਸਟੈਂਸ਼ਨ ਹੋਗੀ, ठीक है, सेपरेबल होगी और ऑब्वियसली स्प्लिटिंग फील्ड है तो फाइनाइट भी होगी। सो फाइनाइट, नॉर्मल एंड सेपरेबल एक्सटेंशन ही हमेशा बनेगी। सो कोई भी पॉलीनोमियल जो ਅਸੀਂ ਕੈਰੈਕਟਰਿਸਟਿਕ 0 ਵਾਲੀ ਫੀਲਡ ਦੇ ਉੱਪਰ ਲਵਾਂਗੇ ਤਾਂ ਉਹਦੀ ਸਪਲਿਟਿੰਗ ਫੀਲਡ ਹਮੇਸ਼ਾ ਕੀ ਹੋਏਗੀ, ਇੱਕ Galois ਐਕਸਟੈਂਸ਼ਨ ਹੋਏਗੀ, फाइनाइट, सेपरेबल एंड नॉर्मल होएगी। नाउ द थ्योरम, फंडामेंटल थ्योरम ऑफ Galois थ्योरम।
So the statement for this theorem, firstly, we are given E be a Galois extension. That means finite, separable, and normal. And let K is any subfield of E containing F. K is any subfield of E containing F. This diagram you can follow it. K jada हैगा वो E the subfield है jada F nu contain करना. Then the mapping K up to GE by K. That means एक mapping ऐसी ऐसी लेनी है जिस दे विच input K होएगा और output आएगा GE by K. मतलब जेड़ा फील्ड ਅਸੀਂ ਉਹਦੇ ਵਿੱਚ ਇਨਪੁਟ ਦਵਾਂਗੇ ਉਹਦੇ ਐਲੀਮੈਂਟਸ ਨੂੰ ਫਿਕਸ ਕਰਨ ਵਾਲਾ ਅਸੀਂ ਆਟੋਮੋਰਫਿਜ਼ਮ ਗਰੁੱਪ ਜਿਹੜਾ ਹੈਗਾ ਉਹ ਬਣਾਉਣਾ ਹੈ, ਉਹਦੇ ਨਾਲ ਇਹਨੂੰ ਮੈਪ ਕਰਵਾਉਣਾ ਹੈ. Then the mapping K to GE by K sets up a one-to-one correspondence from the set of subfields of E containing F to the subgroups of GE by F such that. So what does this mean? Now I continue the same diagram. ਕੀ ਹੁੰਦਾ ਕਿ ਜਿਵੇਂ ਜਿਵੇਂ ਇਹ ਫੀਲਡ ਇੱਧਰ ਐਕਸਟੈਂਡ ਹੁੰਦੀ ਆ ਤਾਂ F ਐਕਸਟੈਂਡ ਹੋ ਕੇ K ਬਣਿਆ, K ਐਕਸਟੈਂਡ ਹੋ ਕੇ E ਬਣਿਆ, ਉਵੇਂ ਉਵੇਂ ਜਿਹੜਾ ਗੈਲਵਾ ਗਰੁੱਪ ਹੈ ਉਹ ਆਪਣੇ ਕੋਲ ਛੋਟਾ ਹੁੰਦਾ ਜਾਏਗਾ, ਕਿਉਂਕਿ ਜਿੰਨੇ ਜ਼ਿਆਦਾ ਐਲੀਮੈਂਟਸ ਤੁਸੀਂ ਫਿਕਸ ਕਰਾਣੇ ਹੋਣਗੇ, ਜਿਵੇਂ ਹੁਣ ਜੇ ਅਸੀਂ ਗੱਲ ਕਰੀਏ GE by E, ਇਹਦਾ ਮਤਲਬ ਐਸੀ ਆਟੋਮੋਰਫਿਜ਼ਮ E ਦੀ ਜਿਹੜੀ E ਦੇ ਐਲੀਮੈਂਟਸ ਨੂੰ ਹੀ ਫਿਕਸ ਕਰਦੀ ਹੋਵੇ, ਤਾਂ ਡੋਮੇਨ ਕਿਉਂਕਿ E ਹੈ ਔਰ E ਦੇ ਸਾਰੇ ਐਲੀਮੈਂਟਸ ਫਿਕਸ ਕਰਾ ਦੇਣੇ ਆ, ਤਾਂ ਐਸੀ ਆਟੋਮੋਰਫਿਜ਼ਮ ਦਾ ਫਿਰ ਇੱਕੋ ਹੀ ਹੋ ਸਕਦੀ ਹੈ, ਦੈਟ ਇਜ਼ ਆਇਡੈਂਟੀਟੀ. ਤਾਂ GE by E ਕੀ ਹੋਏਗਾ? ਆਇਡੈਂਟੀਟੀ ਹੋਏਗਾ. ਹੁਣ E ਸਭ ਤੋਂ ਉੱਪਰ ਹੈ ਤਾਂ ਇਹਦਾ ਗੈਲਵਾ ਗਰੁੱਪ ਇੱਧਰ ਸਭ ਤੋਂ ਨੀਚੇ ਹੈ, ਯੂ ਕੈਨ ਸੀ. ਤੇ ਇਸੇ ਤਰ੍ਹਾਂ ਫਿਰ ਜੇ K ਆ ਰਿਹਾ ਉਸ ਤੋਂ ਬਾਅਦ ਤਾਂ ਉਸ ਦਾ ਗੈਲਵਾ ਗਰੁੱਪ ਉਸ ਤੋਂ ਥੋੜਾ ਜਿਹਾ ਉੱਪਰ ਹੋ ਗਿਆ, ਠੀਕ ਹੈ. ਤੇ F ਦਾ ਜਿਹੜਾ ਹੈਗਾ ਜਿਹੜਾ ਗੈਲਵਾ ਗਰੁੱਪ F ਦੇ ਐਲੀਮੈਂਟਸ ਨੂੰ ਫਿਕਸ ਕਰਦਾ ਉਹ ਸਭ ਤੋਂ ਉੱਪਰ ਆ ਜਾਵੇ. ਤਾਂ ਅਸੀਂ ਜਿਹੜੀ ਇਹ ਮੈਪਿੰਗ ਦੀ ਗੱਲ ਕਰਦੇ ਪਏ ਹਾਂ ਕਿ ਜਿੰਨੇ K ਆਪਣੇ ਕੋਲ ਇਹਨਾਂ ਦੇ ਇਨ ਬਿਟਵੀਨ ਬਣਨਗੇ ਉਨੇ ਇੱਧਰ ਆਪਣੇ ਕੋਲ GE by K ਬਣਨਗੇ, ਔਰ ਇਹ ਵਾਲੇ GE by K ਆਬਵੀਅਸਲੀ ਕਿਉਂਕਿ E by F ਸਭ ਤੋਂ ਉੱਪਰ ਆਏਗਾ, ਇੱਧਰ ਫੀਲਡ ਜਿੰਨਾ ਛੋਟਾ ਹੋਏਗਾ ਉਹਨੂੰ ਫਿਕਸ ਕਰਨ ਵਾਲਾ ਜਿਹੜਾ ਗੈਲਵਾ ਗਰੁੱਪ ਆ ਉੱਧਰ ਉਨਾ ਹੀ ਵੱਡਾ ਹੋਊਗਾ, ਕਿਉਂਕਿ ਆਬਵੀਅਸਲੀ ਜਿੰਨੇ ਐਲੀਮੈਂਟਸ ਅਸੀਂ ਘੱਟ ਫਿਕਸ ਕਰਨੇ ਆ ਉਨੀਆਂ ਆਟੋਮੋਰਫਿਜ਼ਮਸ ਵੱਧ ਹੋ ਜਾਣਗੀਆਂ, ਤੇ ਜਿੰਨੇ ਐਲੀਮੈਂਟਸ ਅਸੀਂ ਕਵਾਂਗੇ ਵੱਧ ਤੋਂ ਵੱਧ ਫਿਕਸ ਕਰੋ ਉਨੀਆਂ ਆਟੋਮੋਰਫਿਜ਼ਮਸ ਘਟਣਗੀਆਂ. ਤਾਂ ਜੇ ਅਸੀਂ E ਦੇ ਐਲੀਮੈਂਟਸ ਸਾਰੇ ਫਿਕਸ ਕਰਾਣੇ ਆ ਤਾਂ ਉਹ ਇੱਕੋ ਹੀ ਆਟੋਮੋਰਫਿਜ਼ਮ ਰਹਿ ਜਾਣੀ ਫਿਰ ਉਹਦਾ ਆਇਡੈਂਟੀਟੀ ਵਾਲੀ. ਜੇ E ਤੋਂ ਥੋੜਾ ਜਿਹਾ ਅਸੀਂ ਘਟ ਗਏ ਕਿ ਨਹੀਂ ਜੀ ਚਲੋ K ਤੱਕ ਫਿਕਸ ਕਰਵਾ ਲਓ, ਤਾਂ ਆਬਵੀਅਸਲੀ ਕੁਝ ਹੋਰ ਆਟੋਮੋਰਫਿਜ਼ਮਸ ਵਿੱਚ ਐਡ ਹੋ ਜਾਣਗੀਆਂ, ਆਇਡੈਂਟੀਟੀ ਤਾਂ ਹੋਣੀ ਹੈ, ਹੋਰ ਵੀ ਐਡ ਹੋ ਜਾਣਗੀਆਂ, ਤਾਂ GE by K ਤੋਂ ਵੱਡਾ ਹੋ ਗਿਆ. ਤੇ ਫਰਦਰ ਅਸੀਂ ਹੋਰ ਇਹਨੂੰ ਛੋਟਾ ਕਰ ਲਿਆ ਕਿ F ਹੋਰ ਐਲੀਮੈਂਟਸ ਘਟਾ ਲਓ ਫਿਕਸ ਕਰਨ ਵਾਲੇ, F ਤੱਕ ਆ ਗਏ, ਤਾਂ ਇਹਦਾ ਮਤਲਬ ਕੀ ਹੋਇਆ ਫਿਰ ਹੋਰ ਆਟੋਮੋਰਫਿਜ਼ਮਸ ਐਡ ਹੋ ਜਾਣਗੀਆਂ, ਇੱਥੋਂ ਤੱਕ ਤਾਂ ਆਣਗੀਆਂ ਹੋਰ ਵੀ ਆ ਜਾਣਗੀਆਂ E by F, ਤਾਂ ਇਹ ਸਭ ਤੋਂ ਵੱਡਾ ਹੋ ਗਿਆ. ਤਾਂ ਇਹ ਰਿਵਰਸ ਰਿਲੇਸ਼ਨ ਹੁੰਦਾ ਇਹਨਾਂ ਦੇ ਵਿੱਚ. ਤਾਂ ਇਹ ਵਾਲੀ ਜਿਹੜੀ ਮੈਪਿੰਗ ਹੈ ਇਹ ਕਿਹਨਾਂ ਦੇ ਵਿਚਾਲੇ ਹੈ? sets up a one-to-one correspondence from the set of subfields of E. K ਕੀ ਸੀਗਾ? E ਦਾ subfield containing F, ਔਰ ਇਧਰਲੀ ਸਾਈਡ ਆਪਾਂ ਕਿਹਦੇ ਨਾਲ ਮੈਪ ਕਰਵਾ ਰਹੇ ਹਾਂ? E by K ਦੇ ਨਾਲ, ਔਰ E by K ਕੀ ਹੈ? the subgroup of GE by F, ਕਿਉਂਕਿ E by K is contained in E by F ਹੈ, ਤਾਂ ਇਸ ਕਰਕੇ E by K ਨੂੰ ਅਸੀਂ ਕੀ ਕਵਾਂਗੇ? subgroups of GE by F, and this correspondence is given to us in the theorem. ਇਹ given ਹੈ ਕਿ ਸਾਨੂੰ. Now these are the things which are given to us. Now we have to prove point number 1, K is equal to EGE by K. That means K is the fixed field of GE by K. क्योंकि जेड़ा ग्रुप पूरे सफिक्स दे विच ਅਸੀਂ ਲਿਖਿਆ ਹੁੰਦਾ ਹੈ, ठीक है ना, EH ਜਿਹੜੀ ਨੋਟੇਸ਼ਨ ਸੀਗੀ ਉਹ ਫਿਕਸਡ ਫੀਲਡ ਦੀ ਨੋਟੇਸ਼ਨ ਸੀਗੀ ਜਦੋਂ ਅਸੀਂ E ਔਰ ਉਸਦੇ ਸਫਿਕਸ ਵਿੱਚ H ਲਿਖਦੇ ਹੁੰਦੇ. This is the notation for the fixed field, and we say that it is the fixed field of group of automorphisms H. So that's why here we can say this is the fixed field of group of automorphisms GE by K. ਤਾਂ ਇਹ ਫਿਕਸਡ ਫੀਲਡ ਨੂੰ ਅਸੀਂ ਕਿਹਦੇ ਬਰਾਬਰ ਪ੍ਰੂਫ ਕਰਨਾ ਹੈ? K ਦੇ. K is the fixed field ਹੋਏਗੀ. This is the point number 1 of the fundamental theorem of Galois theory. ਇਹ ਚੀਜ਼ ਪ੍ਰੂਫ ਕਰਨੀ. Next, for any subgroup H of GE by F, we have to prove H equal to GE by EH. When we will discuss the proof of the second part, I will explain the statement to you. And third part, dimension E over K is equal to order of the Galois group E by K, and dimension K over F is equal to index of GE by K in GE by F. Fourth part, K is a normal extension of F if and only if GE by K is normal subgroup of GE by F. And fifth part, if K is a normal extension of F, then GK by F is isomorphic to GE by F by GE by K. So these are the 5 points which we need to prove in this theorem, fundamental theorem of Galois.
So we will discuss these parts one by one and will prove them. So firstly, coming to the proof of the first part, in which we have to prove that GE by K has a fixed field equals to K. इस ग्रुप दी ਜਿਹੜੀ fixed field है वो आही वाला K ही होएगी, और कोई नहीं होएगी. ये ਅਸੀਂ first part ਲਈ verify करना है. So to prove the first part, we will need this result, which we have already discussed in the previous lectures. इस theorem ਨੂੰ ਅਸੀਂ already prove ਕੀਤਾ ਸੀਗਾ previous lectures ਦੇ ਵਿੱਚ. ਇਸੇ result ਨੂੰ use ਕਰਕੇ, ਇਸੇ theorem ਨੂੰ use ਕਰਕੇ ਅਸੀਂ first part ਨੂੰ consolidate ਕਰਾਂਗੇ. ਇਹ ਰਿਜ਼ਲਟ ਕਿਉਂਕਿ ਸਾਨੂੰ ਕੀ ਕਹਿੰਦਾ ਹੈਗਾ, ਇਸ ਦੇ ਵਿੱਚ ਜੇ ਸੈਕੰਡ ਪੁਆਇੰਟ ਨੂੰ ਅਸੀਂ ਫੋਕਸ ਕਰੀਏ, ਸੈਕੰਡ ਪੁਆਇੰਟ ਦੇ ਵਿੱਚ ਲਿਖਿਆ ਹੈ f is the fixed field of GE by f, ਔਰ ਉਰੇ ਅਸੀਂ ਕੀ ਵੈਰੀਫਾਈ ਕਰਨਾ ਫਸਟ ਪਾਰਟ ਲਈ, k is the fixed field of GE by k. ਸੋ ਅਗਰ ਇਹ ਚੀਜ਼ ਅਸੀਂ ਫੋਲੋ ਕਰਵਾਣੀ ਹੈ, ਤੁਸੀਂ ਇਹਦੇ ਨਾਲ ਮੈਚ ਕਰ ਸਕਦੇ ਹੋ. ਜੇ ਉਰੇ f ਹੈ ਤਾਂ ਆਹੀ ਵਾਲਾ f ਫਿਕਸਡ ਫੀਲਡ ਹੈ. ਬਟ ਇਹ ਕਦੋਂ ਪੋਸੀਬਲ ਹੈ, ਜੇ ਅਸੀਂ ਆਹ ਤਿੰਨ ਚੀਜ਼ਾਂ E ਵਾਸਤੇ ਵੈਰੀਫਾਈ ਕਰਾਂਗੇ, ਫਾਈਨਾਈਟ ਸੈਪਰੇਬਲ ਐਕਸਟੈਂਸ਼ਨ ਆਫ f ਐਂਡ E ਨਾਰਮਲ ਐਕਸਟੈਂਸ਼ਨ ਆਫ f. ਤਾਂ E ਨੂੰ ਅਸੀਂ ਉਰੇ ਫਿਰ ਕੀ ਵੈਰੀਫਾਈ ਕਰਨਾ, that means it is a finite separable over extension of K as well as normal extension of K. ਇਹ ਤਿੰਨ ਕੰਡੀਸ਼ਨਸ ਅਸੀਂ E ਦੇ ਲਈ ਵੈਰੀਫਾਈ ਕਰਨੀ ਹੈ, ਓਵਰ K ਵੈਰੀਫਾਈ ਕਰਨੀ ਹੈ. ਬਟ ਸਟੇਟਮੈਂਟ ਦੇ ਵਿੱਚ ਸਾਨੂੰ ਗਿਵਨ ਸੀਗਾ ਗੈਲਵਾ ਐਕਸਟੈਂਸ਼ਨ ਆਫ F, ਤੇ ਅਸੀਂ ਹੁਣ ਫਸਟ ਪਾਰਟ ਨੂੰ ਪ੍ਰੂਵ ਕਰਨ ਲਈ ਵੈਰੀਫਾਈ ਕਰਨਾ ਹੈ E is a ਗੈਲਵਾ ਐਕਸਟੈਂਸ਼ਨ ਆਫ K also. ਜੇ F ਵਾਸਤੇ ਗਿਵਨ ਹੈ, F ਲਈ ਤਾਂ ਇਹ ਚੀਜ਼ ਟਰੂ ਹੋਗੀ, ਬਟ ਅਸੀਂ ਇਹ ਚੀਜ਼ ਟਰੂ ਕਰਨੀ ਹੈ ਹੁਣ K ਵਾਸਤੇ. ਤਾਂ E ਨੂੰ ਗੈਲਵਾ ਐਕਸਟੈਂਸ਼ਨ K ਦਾ ਵੀ ਵੈਰੀਫਾਈ ਕਰਕੇ ਦੋ, ਤੇ ਸਾਨੂੰ E ਬਟ ਗਿਵਨ ਹੈਗਾ ਕਿ F ਦਾ ਗੈਲਵਾ ਐਕਸਟੈਂਸ਼ਨ ਹੈ. ਤਾਂ ਗੈਲਵਾ ਐਕਸਟੈਂਸ਼ਨ ਦੇ ਵਿੱਚ ਤਿੰਨ ਚੀਜ਼ਾਂ ਹੁੰਦੀਆਂ, ਫਾਈਨਾਈਟ, ਸੈਪਰੇਬਲ ਐਂਡ ਨਾਰਮਲ. ਤਾਂ ਅਸੀਂ E is ਨਾਰਮਲ ਐਕਸਟੈਂਸ਼ਨ ਆਫ F, ਇਹ ਵਾਲੇ ਪੁਆਇੰਟ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ E F ਦਾ ਨਾਰਮਲ ਐਕਸਟੈਂਸ਼ਨ. ਜੇ E F ਦਾ ਨਾਰਮਲ ਐਕਸਟੈਂਸ਼ਨ ਹੈ ਤਾਂ ਨਾਰਮਲ ਐਕਸਟੈਂਸ਼ਨ ਦੇ ਜਦੋਂ ਅਸੀਂ ਕਨਸੈਪਟ ਸਟੱਡੀ ਕੀਤੇ ਸੀਗੇ, ਉਹਦੇ ਵਿੱਚੋਂ ਇੱਕ ਕਨਸੈਪਟ ਇਹ ਵੀ ਸੀਗਾ, ਇਕੁਇਵਲੈਂਟ ਕੰਡੀਸ਼ਨਸ ਅਸੀਂ ਵੈਰੀਫਾਈ ਕੀਤੀਆਂ ਸੀਗੀਆਂ ਥਿਓਰਮ ਦੇ ਵਿੱਚ ਨਾਰਮਲ ਐਕਸਟੈਂਸ਼ਨਸ ਵਾਲੇ ਟੌਪਿਕ 'ਚ. ਤਾਂ ਉੱਥੇ ਇੱਕ ਪੁਆਇੰਟ ਇਹ ਵੀ ਸੀਗਾ ਕਿ ਅਗਰ ਇਹ ਨਾਰਮਲ ਐਕਸਟੈਂਸ਼ਨ ਹੈ, then E is a splitting field of the family of polynomials over F. ਤਾਂ E F ਦੀ polynomials ਦੀ family ਦਾ splitting field ਹੋਏਗਾ. ਤਾਂ ਹੁਣ ਕਿਉਂਕਿ ਸਾਡੇ ਕੋਲ F K ਦੇ ਵਿੱਚ ਕੰਟੇਨਡ ਹੈ, K ਅੱਗੋਂ E ਦੇ ਵਿੱਚ ਕੰਟੇਨਡ ਹੈ, this diagram. ਜੇਕਰ ਤੁਸੀਂ ਕਹਿ ਰਹੇ ਹੋ family of polynomials over F है, then we can consider same family over K also, because F is contained in K. But F is contained in K, so E is the splitting field of the same family of polynomials considered over K. So we can consider those family over K also. Hence we can say that E is a normal extension of K also. तो अगर E F ਦਾ normal extension है तो verify हो गया E K ਦਾ भी की होएगा normal extension है. ਤੇ ਅਗਰ E K ਦਾ ਨਾਰਮਲ ਐਕਸਟੈਂਸ਼ਨ ਹੈ, ਹੁਣ ਅਸੀਂ ਫਾਈਨਾਈਟ ਤੇ ਸੈਪਰੇਬਲ ਵੀ ਪ੍ਰੂਫ ਕਰ ਦਵਾਂਗੇ. ਅਗਰ E ਫਾਈਨਾਈਟ ਐਕਸਟੈਂਸ਼ਨ ਹੈ F ਦਾ, ਤਾਂ ਆਬਵੀਅਸਲੀ ਫਾਈਨਾਈਟ ਐਕਸਟੈਂਸ਼ਨ ਓਵਰ K ਵੀ ਹੋਏਗਾ. ਉਰੋਂ ਤੱਕ ਜੇ ਫਾਈਨਾਈਟ ਹੈਗਾ ਤਾਂ ਆਬਵੀਅਸਲੀ ਇਹ ਫੀਲਡ ਤੇ ਤੋਂ ਉੱਪਰ ਹੈ, ਤਾਂ ਉਰੇ ਤੱਕ ਵੀ ਕੀ ਹੋਏਗਾ, ਫਾਈਨਾਈਟ ਹੀ ਹੋਏਗਾ. देयरफॉर इज ऑब्वियसली ए फाइनाइट एक्सटेंशन ओवर K, क्योंकि जे उरे तो उरे तक दी डायमेंशन फाइनाइट है, E ओवर F डायमेंशन अगर फाइनाइट है, देन ऑब्वियसली E ओवर K भी फिर डायमेंशन फाइनाइट ही आएगी साडी. ठीक है, क्योंकि ए तो इस तो ऊपर है, ए डायमेंशन इस तो घटेगी हुई. जे वध है डायमेंशन फाइनाइट है तो ऑब्वियसली छोटी डायमेंशन भी फाइनाइट होगी. ते अगली गल सैपरेबल वाली रहेगी हैगी प्रूफ करनी. ते जेकर असी अल्फा बिलोंगिंग टू E लवांगे, अल्फा बिलोंगिंग टू E ले लिया, ठीक है, ते क्योंकि E F दा सैपरेबल एक्सटेंशन है, तो अल्फा दी जेड़ी मिनिमल पॉलिनोमियल ओवर F होएगी. Also for alpha belonging to E has distinct roots of its minimal polynomial, say fx over f. तो अल्फा दी मिनिमल पॉलिनोमियल जेडी ओवर f होएगी, ओदे रूट्स की होंगे डिस्टिंक्ट होंगे, क्योंकि E f दा सेपरेबल एक्सटेंशन है. मैं f दी गल कर रहा हूं कि f दा सेपरेबल एक्सटेंशन है, तो अल्फा दी मिनिमल पॉलिनोमियल जेडी ओवर f ਅਸੀਂ ਲਵਾਂਗੇ, ओदे रूट्स डिस्टिंक्ट होंगे as E is the separable extension of f. ਹੁਣ ਅਸੀਂ ਕੀ ਕਰਦੇ ਹਾਂ, ਇਹੀ ਸੇਮ ਅਲਫਾ ਦੀ ਮਿਨੀਮਲ ਪੋਲੀਨੋਮੀਅਲ ਓਵਰ K ਲੈਣੇ ਆ. Let Px is the minimal polynomial of alpha over K. ਤੇ ਜੇਕਰ ਹੁਣ E ਨੂੰ K ਦਾ ਸੈਪਰੇਬਲ ਐਕਸਟੈਂਸ਼ਨ ਪ੍ਰੂਫ ਕਰਨਾ ਹੈ, ਤਾਂ ਸਾਨੂੰ ਇਸ Px ਦੇ ਰੂਟਸ ਵੀ ਪ੍ਰੂਫ ਕਰਨੇ ਪੈਣੇ ਆ ਡਿਸਟਿੰਕਟ ਹੈ, ਕਿਉਂਕਿ ਹੁਣ ਅਸੀਂ ਇਹਨੂੰ ਓਵਰ K ਲੈ ਕੇ ਚੱਲੇ. ਤਾਂ ਇਹ Px ਜਿਹੜਾ ਅਸੀਂ ਓਵਰ K ਲੈ ਲਿਆ ਹੈਗਾ ਮਿਨੀਮਲ ਪੋਲੀਨੋਮੀਅਲ, ਠੀਕ ਹੈ, ਇਹ ਅਲਫਾ ਦਾ ਹੀ ਹੈ. F ਦੇ ਓਵਰ ਜਿਹੜਾ ਪੋਲੀਨੋਮੀਅਲ ਲਿੱਤਾ ਸੀਗਾ ਉਹ fx ਸੀਗਾ. ਹੁਣ ਇਹ ਪੋਲੀਨੋਮੀਅਲ ਅਗਰ ਓਵਰ F ਹੈ ਤਾਂ ਇਹ ਓਵਰ K ਵੀ ਕੰਸੀਡਰ ਕੀਤਾ ਜਾ ਸਕਦਾ ਹੈ. ਬਟ F ਜਿਹੜਾ ਸੀਗਾ fx ਜਿਹੜਾ ਸੀ ਪੂਰੇ ਮਿਨੀਮਲ ਸੀਗਾ F ਦੇ ਵਿੱਚ, ਬਟ ਉਰੇ K ਦੇ ਵਿੱਚ ਜ਼ਰੂਰੀ ਨਹੀਂ ਹੈ ਮਿਨੀਮਲ ਹੋ. ਤਾਂ K ਦੇ ਵਿੱਚ ਮਿਨੀਮਲ ਕੌਣ ਹੈ, Px.
ਤਾਂ ਜੇ ਦੋਵੇਂ ਪੋਲੀਨੋਮੀਅਲ ਅਸੀਂ k ਫੀਲਡ ਦੇ ਓਵਰ ਲੈ ਕੇ ਡਿਸਕਸ ਕਰਾਂਗੇ ਤਾਂ ਜਿਹੜੀ ਮਿਨੀਮਲ ਪੋਲੀਨੋਮੀਅਲ ਹੁੰਦੀ ਹੈ ਫਿਰ ਉਹ ਐਨੀ ਅਦਰ ਪੋਲੀਨੋਮੀਅਲ ਨੂੰ ਡਿਵਾਈਡ ਕਰਦੀ ਹੈ। ਸੋ px ਮਸਟ ਡਿਵਾਈਡ fx। ਤਾਂ ਇਹਦਾ ਮਤਲਬ ਜੇ fx ਦੇ ਰੂਟਸ ਡਿਸਟਿੰਕਟ ਹੈ, px ਕਿਉਂਕਿ fx ਦਾ ਫੈਕਟਰ ਹੋ ਗਿਆ ਇਹਦਾ ਮਤਲਬ, ਤਾਂ ਜੇ fx ਦੇ ਰੂਟਸ ਡਿਸਟਿੰਕਟ ਹੈ ਤਾਂ px ਦੇ ਰੂਟਸ ਵੀ ਕੀ ਹੋਣਗੇ ਫਿਰ ਡਿਸਟਿੰਕਟ ਹੋਣਗੇ। ਤਾਂ ਇਸ ਕਰਕੇ e ਜਿਹੜਾ ਹੈਗਾ ਉਹ k ਦਾ ਵੀ ਕੀ ਬਣ ਗਿਆ ਸੈਪਰੇਬਲ ਐਕਸਟੈਂਸ਼ਨ। ਤਾਂ e ਕੀ ਬਣ ਗਿਆ k ਦੇ ਲਈ ਫਾਈਨਾਈਟ ਵੀ ਪ੍ਰੂਫ ਕਰ ਲਿਆ, ਸੈਪਰੇਬਲ ਵੀ ਪ੍ਰੂਫ ਕਰ ਲਿਆ, ਨਾਰਮਲ ਵੀ ਪ੍ਰੂਫ ਕਰ ਲਿਆ। therefore using the result 1 we can say k is the fixed field of GE by k. Now the second part of the theorem was for any subgroup H of GE by F, GE by F ਦਾ ਇੱਕ subgroup ਅਸੀਂ ਲੈਣਾ ਹੈਗਾ ਤੇ ਉਸ ਨੂੰ ਫਿਰ ਅਸੀਂ ਪ੍ਰੂਫ ਕਰਨਾ ਹੈਗਾ ਕਿ ਉਹ ਜਿਹੜਾ ਸਬਗਰੁੱਪ ਹੈ ਉਹ GE by EH ਦੇ ਬਰਾਬਰ ਹੋਏਗਾ। ਇਹ ਅਸੀਂ ਵੈਰੀਫਾਈ ਕਰਕੇ ਦੇਖਾਂਗੇ। GE by F ਦਾ ਜੇਕਰ ਅਸੀਂ ਕੋਈ ਸਬਗਰੁੱਪ H ਲੈ ਰਹੇ ਹਾਂ ਤਾਂ ਆਬਵੀਅਸਲੀ H ਵੀ ਗਰੁੱਪ ਆਫ ਆਟੋਮੋਰਫਿਜ਼ਮਸ ਹੈ, ਤਾਂ H ਜਿਹੜਾ ਹੈ ਉਹ GE by EH ਦੇ ਇਕੁਅਲ ਹੋਏਗਾ। ਇਹ ਸੈਕੰਡ ਪਾਰਟ ਲਈ ਅਸੀਂ ਵੈਰੀਫਾਈ ਕਰਨਾ। Now GE by EH contains the automorphisms on E fixing the elements of EH. E by EH ਦਾ ਡੈਫੀਨੇਸ਼ਨ ਇਹੀ ਹੋਏਗੀ E ਦੀਆਂ ਆਟੋਮੋਰਫਿਜ਼ਮਸ ਜਿਹੜੇ EH ਦੇ ਐਲੀਮੈਂਟਸ ਨੂੰ ਫਿਕਸ ਕਰਦੀਆਂ ਨੇ। ਔਰ EH ਜਿਸ ਦੀ ਡੈਫੀਨੇਸ਼ਨ ਸਾਡੇ ਕੋਲ ਕੀ ਹੁੰਦੀ ਹੈ ਫਿਕਸਡ ਫੀਲਡ ਹੈ, ਜਿਸ ਦੀ ਡੈਫੀਨੇਸ਼ਨ ਕੀ ਹੁੰਦੀ ਹੈ x belonging to E such that sigma x equal to x for all sigma belonging to H। ਜੇ EH ਅਸੀਂ ਲਿਖ ਰਹੇ ਹਾਂ ਤਾਂ ਆਹ ਵਾਲੇ ਗਰੁੱਪ ਆਫ ਆਟੋਮੋਰਫਿਜ਼ਮ ਦੇ ਵਿੱਚੋਂ ਆਟੋਮੋਰਫਿਜ਼ਮਸ ਅਸੀਂ ਲੈਣੀਆਂ ਨੇ ਔਰ ਉਹ ਸਾਰੀਆਂ ਆਟੋਮੋਰਫਿਜ਼ਮਸ ਇਸ ਦੇ ਐਲੀਮੈਂਟਸ ਨੂੰ ਫਿਕਸ ਕਰਨੀਆਂ ਚਾਹੀਦੀਆਂ। ਤੇ ਇਸੇ ਡੈਫੀਨੇਸ਼ਨ ਨੂੰ ਜਿਹੜੀ EH ਦੀ ਡੈਫੀਨੇਸ਼ਨ ਹੈ ਇਸ ਨੂੰ ਮੈਂ ਦੁਬਾਰਾ ਤੋਂ ਲਿਖ ਰਿਹਾ ਹੈਗਾ। ਇਸ ਨੂੰ ਮੈਂ ਹੁਣ ਐਵੇਂ ਲਿਖ ਰਿਹਾ ਫॉर ਸਿਗਮਾ ਬਿਲੋਂਗਿੰਗ ਟੂ H sigma x equal to x for all x belonging to EH। so you can see that both of these things are same, but ਇਸ ਵਾਰ ਮੈਂ ਇਹਨੂੰ ਪਹਿਲਾਂ ਸਿਗਮਾ ਤੋਂ ਕਹਿ ਕੇ ਲਿਖ ਦਿੱਤਾ ਔਰ ਬਾਅਦ ਨੂੰ ਲਿਖ ਦਿੱਤਾ for all x belonging to EH, ਕਿਉਂਕਿ ਇਹਦਾ ਵੀ ਮਤਲਬ ਇਹ ਸੀਗਾ ਜਿੰਨੇ ਐਲੀਮੈਂਟ ਇਹਦੇ ਵਿੱਚ ਹੈ ਉਹ ਹਰੇਕ ਸਿਗਮਾ ਦੇ ਅੰਡਰ ਫਿਕਸਡ ਹੈ। ਇਹਦਾ ਵੀ ਮਤਲਬ ਇਹੀ ਹੈ ਜਿੰਨੀਆਂ ਵੀ ਆਟੋਮੋਰਫਿਜ਼ਮਸ H ਦੇ ਵਿੱਚ ਹੈ ਉਹ EH ਦੇ ਸਾਰੇ ਐਲੀਮੈਂਟਸ ਨੂੰ ਫਿਕਸ ਕਰਦੀਆਂ ਨੇ। ਸਿਗਮਾ x equal to x for all x belonging to EH। ਤਾਂ ਦੋਵਾਂ ਦਾ ਮੀਨਿੰਗ ਸੇਮ ਹੈ ਬਟ ਲਿਖਣ ਦਾ ਤਰੀਕਾ ਅਲੱਗ ਹੈ। ਇਸ ਦੇ ਵਿੱਚ ਐਲੀਮੈਂਟਸ ਪਹਿਲਾਂ ਲਿਖੇ ਹੋਏ ਫਿਰ for all sigma belonging to H ਲਿਖਿਆ, ਇਸ ਦੇ ਵਿੱਚ ਉਲਟਾ ਕਰਕੇ ਲਿਖ ਦਿੱਤਾ for all sigma belonging to H and they fix all x belonging to EH। so both the things are same, but ਇਸ ਨੂੰ ਹੁਣ ਅਸੀਂ H ਦੇ ਅਕੋਰਡਿੰਗ ਲਿਖ ਲਿਆ ਹੈ। ਤਾਂ ਇਹਦਾ ਮਤਲਬ ਕੀ ਹੋਇਆ ਜਿਹੜਾ ਸਿਗਮਾ ਅਸੀਂ H ਨੂੰ ਬਿਲੋਂਗ ਕਰਦਾ ਕਹਿ ਰਹੇ ਹਾਂ ਉਹ ਫਿਰ ਕਿਹਨੂੰ ਬਿਲੋਂਗ ਕਰਨ ਲੱਗ ਗਿਆ ਕਿਉਂਕਿ ਸਿਗਮਾ ਕੀ ਕਰ ਰਿਹਾ EH ਦੇ ਐਲੀਮੈਂਟਸ ਨੂੰ ਫਿਕਸ ਕਰ ਰਿਹਾ। ਤਾਂ ਇਹ ਵਾਲਾ ਜਿਹੜਾ ਸਿਗਮਾ ਹੈਗਾ ਯੂ ਕੈਨ ਸੇ ਦਿਸ ਸਿਗਮਾ ਨਾਓ ਬਿਲੋਂਗਸ ਟੂ GE by EH ਕਿਉਂਕਿ ਸਿਗਮਾ EH ਦੇ ਸਾਰੇ ਐਲੀਮੈਂਟਸ ਨੂੰ ਫਿਕਸ ਕਰ ਰਿਹਾ। ਇਸ ਦਾ ਮੀਨਿੰਗ ਇਹੀ ਹੈ। ਤਾਂ ਇਹਦਾ ਮਤਲਬ ਕੀ ਹੋਇਆ ਸਿਗਮਾ ਕਿਹਨੂੰ ਬਿਲੋਂਗ ਕਰਨ ਲੱਗ ਪਿਆ E by EH ਨੂੰ, ਕਿਉਂਕਿ E ਦਾ ਆਟੋਮੋਰਫਿਜ਼ਮ ਹੈ ਔਰ ਇਸ ਦੇ ਐਲੀਮੈਂਟਸ ਨੂੰ ਇਹ ਫਿਕਸ ਕਰਦਾ ਪਿਆ EH ਦੇ ਐਲੀਮੈਂਟਸ। ਸੋ ਸਿਗਮਾ ਅਗਰ H ਨੂੰ ਬਿਲੋਂਗ ਕਰਦਾ ਸੀ ਬਿਲੋਂਗ ਇਹਨੂੰ ਕਰਨ ਲੱਗ ਪਿਆ ਤਾਂ H ਇਹਦਾ ਕੀ ਬਣ ਗਿਆ ਸਬ ਗਰੁੱਪ ਬਣ ਗਿਆ। H ਇਜ਼ a ਸਬ ਗਰੁੱਪ, ਦਿਸ ਇਜ਼ ਦਾ ਨੋਟੇਸ਼ਨ ਫॉर ਸਬ ਗਰੁੱਪ ਕਿਉਂਕਿ H ਆਪ ਵੀ ਇੱਕ ਗਰੁੱਪ ਹੈ ਹੀ ਗਿਆ ਤਾਂ ਇਸ ਕਰਕੇ ਜੇ ਇਹਦਾ ਸਬਸੈਟ ਹੈ ਇਹ ਵੀ ਇੱਕ ਗਰੁੱਪ ਹੈ ਤਾਂ ਯੂ ਕੈਨ ਸੇ H ਇਜ਼ a ਸਬ ਗਰੁੱਪ ਆਫ GE by EH। ਤੇ ਅਗਰ ਇਹਦਾ ਸਬ ਗਰੁੱਪ ਹੈ ਤਾਂ ਆਬਵੀਅਸਲੀ ਸਬ ਗਰੁੱਪ ਦਾ ਆਰਡਰ ਗਰੁੱਪ ਦੇ ਆਰਡਰ ਤੋਂ ਲੈਸ ਦੈਨ অর ਇਕੁਅਲ ਟੂ ਹੋਏਗਾ। ਤੇ ਨਾਲ ਦੀ ਨਾਲ ਆ ਰਿਜ਼ਲਟ ਸਾਡੇ ਕੋਲ ਹੁੰਦਾ ਹੈ ਬਾਈ ਆਰਟਿਨਸ ਥਿਊਰਮ ਆਰਡਰ ਆਫ H ਇਜ਼ ਇਕੁਅਲ ਟੂ ਡਾਇਮੈਂਸ਼ਨ ਆਫ E ਓਵਰ EH। ਔਰ ਇਹ ਵੀ ਰਿਜ਼ਲਟ ਅਸੀਂ ਫਸਟ ਲੈਕਚਰ ਜਿਹੜਾ ਸੀਗਾ ਗੈਲਵਾ ਥਿਊਰੀ ਦਾ ਹੀ ਉਸ ਦੇ ਵਿੱਚ ਵੈਰੀਫਾਈ ਕੀਤਾ ਸੀਗਾ ਕਿ ਹਮੇਸ਼ਾ ਜਿਹੜਾ ਗੈਲਵਾ ਗਰੁੱਪ ਦਾ ਆਰਡਰ ਹੁੰਦਾ ਉਹ E ਓਵਰ F ਦੀ ਡਾਇਮੈਂਸ਼ਨ ਤੋਂ ਲੈਸ ਦੈਨ অর ਇਕੁਅਲ ਟੂ ਹੁੰਦਾ। ਇਹ ਉੱਥੋਂ ਫੋਲੋ ਕਰ ਲਿਆ ਹੈਗਾ ਇਸ ਰਿਜ਼ਲਟ ਤੋਂ ਡਾਇਮੈਂਸ਼ਨ E ਓਵਰ F ਤੋਂ। ਤਾਂ ਉਰੇ ਗੈਲਵਾ ਗਰੁੱਪ E by EH ਹੈ ਤਾਂ ਇਹ E by EH ਦੀ ਡਾਇਮੈਂਸ਼ਨ ਤੋਂ ਲੈਸ ਦੈਨ অর ਇਕੁਅਲ ਟੂ। ਤੇ ਇਹਨਾਂ ਦੋਵਾਂ ਨੂੰ ਮਿਲਾ ਕੇ ਤੁਸੀਂ ਦੇਖ ਸਕਦੇ ਹੋ ਆਹ ਦੋ ਕੰਡੀਸ਼ਨਸ ਨੂੰ ਮਿਲਾ ਕੇ ਇਹਨਾਂ ਦੋਵਾਂ ਨੂੰ ਮਿਲਾਓ ਤਾਂ ਕੀ ਬਣ ਰਿਹਾ ਹੈਗਾ ਤੁਹਾਡੇ ਕੋਲ ਕਿ E by EH ਦਾ ਜਿਹੜਾ ਆਰਡਰ ਹੈ ਇਟ ਵਿਲ ਬੀ ਲੈਸ ਦੈਨ অর ਇਕੁਅਲ ਟੂ ਆਰਡਰ ਆਫ H। E EH ਦੀ ਵੈਲਿਊ ਉਰੋਂ ਦੀ ਸਬਸਟੀਟਿਊਟ ਕਰ ਦਿਓ। ਤਾਂ ਹੁਣ ਪੁਆਇੰਟ ਨੰਬਰ 1 ਤੇ ਪੁਆਇੰਟ ਨੰਬਰ 2 ਨੂੰ ਤੁਸੀਂ ਚੈੱਕ ਕਰੋ ਇਹ ਦੋਵੇਂ ਆਰਡਰਸ ਇੱਕ ਦੂਸਰੇ ਤੋਂ ਲੈਸ ਦੈਨ অর ਇਕੁਅਲ ਟੂ ਨਜ਼ਰ ਆਉਂਦੇ ਪਏ ਇਹ ਇਸ ਤੋਂ ਲੈਸ ਦੈਨ অর ਇਕੁਅਲ ਟੂ ਔਰ H ਦਾ ਆਰਡਰ ਇਸ ਤੋਂ ਲੈਸ ਦੈਨ অর ਇਕੁਅਲ ਟੂ ਹੈਂਸ ਵੀ ਮਸਟ ਹੈਵ ਦੇ ਆਰ ਇਕੁਅਲ। ਸੋ ਫਰੋਮ 1 and 2 ਇਹ ਦੋਵਾਂ ਦੇ ਵਿੱਚ ਲੈਸ ਦੈਨ অর ਇਕੁਅਲ ਟੂ ਐਂਡ ਗ੍ਰੇਟਰ ਦੈਨ অর ਇਕੁਅਲ ਟੂ ਦਾ ਰਿਲੇਸ਼ਨ ਹੈਗਾ। ਤੇ ਫਰਦਰ ਕਿਉਂਕਿ ਆਰਡਰ H ਕਿਸ ਦੇ ਬਰਾਬਰ ਸੀ ਡਾਇਮੈਂਸ਼ਨ ਦੇ ਵੀ ਤਾਂ ਇਹ ਵੀ ਨਾਲ ਲਿਖ ਲਿਆ ਹੈਗਾ। ਸੋ ਇਹਨਾਂ ਇਸ ਇਨਇਕੁਐਲਿਟੀ ਤੋਂ ਕੀ ਇੰਪਲਾਈ ਹੋ ਰਿਹਾ ਹੈਗਾ ਇਹ ਤਿੰਨੇ ਚੀਜ਼ਾਂ ਆਪਸ ਦੇ ਵਿੱਚ ਕੀ ਹੈ ਇਕੁਅਲ ਹੈ। dimension E over EH, order of H and order of GE by EH all are equal।
ਹੁਣ ਜਦੋਂ h ਦਾ ਆਰਡਰ e by eh ਦੇ ਬਰਾਬਰ ਆ ਗਿਆ ਬਟ h ਕੀ ਗਿਵਨ ਸੀਗਾ h ਅਸੀਂ ਵੈਰੀਫਾਈ ਕੀਤਾ ਸੀਗਾ ਸਬ ਗਰੁੱਪ ਹੈ ਜੇ ਸਬ ਗਰੁੱਪ ਦਾ ਆਰਡਰ ਗਰੁੱਪ ਦੇ ਆਰਡਰ ਦੇ ਬਰਾਬਰ ਆ ਜੇ ਤਾਂ ਇਹਦਾ ਮਤਲਬ ਇਹੀ ਹੁੰਦਾ ਫਿਰ ਗਰੁੱਪ ਜਿਹੜਾ ਹੈ ਉਹ ਸਬ ਗਰੁੱਪ ਦੇ ਬਰਾਬਰ ਹੀ ਹੈਗਾ ਆਰਡਰਸ ਇਕੁਅਲ ਆਏ ਸੀ ਬਟ h ਇਹਦਾ ਸਬ ਗਰੁੱਪ ਹੈ ਜੇ ਸਬ ਗਰੁੱਪ ਦਾ ਆਰਡਰ ਗਰੁੱਪ ਦੇ ਆਰਡਰ ਦੇ ਬਰਾਬਰ ਆ ਗਿਆ hence h is equal to ge by eh और यही ਅਸੀਂ ਵੈਰੀਫਾਈ ਕਰਨਾ part number 3 of the theorem in which we have to prove dimension e over k is equals to order of ge by k and dimension k over f is index of ge by k in ge by f because we have already proved we have already given that this e by k is a subgroup of e by f. So whenever a group has a subgroup then we can also calculate its index. Index means the number of distinct cosets कि e by k ਦੇ किन्ने distinct cosets होंगे e by f ਦੇ ਵਿੱਚ और alternatively अगर ये finite होवे order ਤਾਂ ਫਿਰ ਅਸੀਂ index ਨੂੰ ਅਸੀਂ ਇਸ ਤਰ੍ਹਾਂ calculate ਕਰ ਲੈਂਦੇ ਹੁੰਦੇ ਅਗਰ group ਦਾ order finite ਹੋਵੇ index is g if we are saying that index of h in g I'm showing you if you say index of h in g then this index is equal to order of g divided by order of h so you can write like this also so index can be taken as order of the group divided by the order of the sub. So if we are saying that dimension of k over f is index of g e by k in g e by f that means we have to prove that order of g e by f divisible by order of g e by k means ਇਹਨਾਂ ਦੋਵਾਂ ਨੂੰ ਡਿਵਾਈਡ ਕਰਕੇ ਜੋ ਵੀ ਆਏਗਾ that will be the dimension of k over f ਇਹ ਅਸੀਂ ਵੈਰੀਫਾਈ ਕਰਨਾ ਹੈ to verify the third part. Now the proof of this part because e is a normal extension of f and also of k. ਹੁਣ e f ਦਾ normal extension ਤਾਂ given ਹੀ ਸੀਗਾ ਔਰ ਫਸਟ ਪਾਰਟ ਨੂੰ ਜਦੋਂ ਅਸੀਂ ਪ੍ਰੂਫ ਕਰ ਰਹੇ ਸੀਗੇ ਤਾਂ e ਨੂੰ ਅਸੀਂ ਪ੍ਰੂਫ ਕਰ ਲਿਆ ਸੀਗਾ ਕਿ ਇਹ k ਦਾ ਵੀ normal extension ਹੈ ਤਾਂ ਅਗਰ e k ਦਾ normal extension ਹੈ then again by the same result number 1 in which we have this part also. If e is a normal extension of f then dimension e over f is equal to order of the Gelbart group. So same here now we have also proved that e is a normal extension of k as well as finite separable of k. In first part we have already proved it. So we can also claim first implies third. So we must have e over k. So because e is finite separable and normal extension of k also, so we can claim this thing. Dimension of e over k is equals to dimension is equal to order ge by k. f ਦਾ ਵੀ ਹੈਗਾ e finite separable normal ਤਾਂ ਆ ਦੋਵੇਂ ਚੀਜ਼ਾਂ ਅਸੀਂ ਰਿਜ਼ਲਟ ਨੰਬਰ 1 ਦੇ ਥਰਡ ਪੁਆਇੰਟ ਤੋਂ ਕਾਪੀ ਕਰਕੇ ਕਲੇਮ ਕਰ ਸਕਦੇ ਹਾਂ so now e over f ਜਿਹੜਾ ਆਪਣੇ ਕੋਲ ਡਾਇਮੈਂਸ਼ਨ ਹੈ it will be equal to dimension e over k into k over f ठीक है इसनु ब्रेक कर लवांगे क्योंकि अपने को टावर वही सीगा e कंटेन्ड इन k कंटेन्ड इन f so e over k into k over f e over f ਦਾ ਜਿਹੜਾ ਡਾਇਮੈਂਸ਼ਨ ਹੈ ਉਹ ਬਰਾਬਰ ਹੈ ਆਰਡਰ ਆਫ ਦਾ ਗੈਲਵਾ ਗਰੁੱਪ e by f ਔਰ e over k ਜਿਹੜੀ ਡਾਇਮੈਂਸ਼ਨ ਹੈ ਇਹ ਬਰਾਬਰ ਹੈ ਆਰਡਰ e by k ਦੇ तो इथों फिर साफ पता लग रहा हैगा k by f ਦੀ ਜਿਹੜੀ ਵੈਲਿਊ ਹੈ ਉਹ ਫਿਰ ਕੀ ਆ ਗਈ g e by f divided by order g e by k ਇਹਦੇ ਨੀਚੇ ਆ ਕੇ ਡਿਵਾਈਡ ਹੋ ਜਾਣਾ so that means k over f ਜਿਹੜੀ dimension ਹੈ it is equal to index of g e by k in g e by f as desired ਇਹੀ ਅਸੀਂ ਪ੍ਰੂਫ ਕਰਨਾ ਸੀ now to prove the next part of the theorem the fourth part k is a normal extension of f if and only if g e by k is a normal subgroup of g e by f ਇਧਰੋਂ ਦੀ ਜਿਹੜਾ k ਹੈ ਉਹ f ਦਾ ਕੀ ਹੋਏਗਾ ਅਗਰ normal extension ਤਾਂ k ਦੇ ਕੋਰਸਪੋਂਡਿੰਗ ਜਿਹੜਾ ਉਰੇ ਆਪਣੇ ਕੋਲ ਗਿਵਨ ਹੈ ਗੈਲਵਾ ਗਰੁੱਪ ਉਹ ਹੈਗਾ e by k ਔਰ f ਦੇ ਕੋਰਸਪੋਂਡਿੰਗ ਗੈਲਵਾ ਗਰੁੱਪ ਹੈਗਾ e by f ਤਾਂ ਇਹਨਾਂ ਦੋਵਾਂ ਦੇ ਵਿੱਚ ਕੀ ਰਿਲੇਸ਼ਨ ਹੋਏਗਾ ਜਿਹੜਾ e by k ਹੈ ਉਹ ਨਾਰਮਲ ਸਬ ਗਰੁੱਪ ਹੋਏਗਾ e by f ਦਾ ਤਾਂ ਮੀਨਸ ਨਾਰਮਲ ਦੋਵੇਂ ਜਗ੍ਹਾ ਤੇ ਆ ਗਿਆ ਬਟ ਪੂਰੇ ਕਿਉਂਕਿ ਫੀਲਡਸ ਦੀ ਗੱਲ ਹੋ ਰਹੀ ਹੈ ਤਾਂ k ਹੋ ਗਿਆ ਨਾਰਮਲ ਐਕਸਟੈਂਸ਼ਨ और उरे ग्रुप्स हैं तो e by k हो गया normal subgroup of g e by f so this is the relation we have to prove in the fourth part also because the fifth part also says if k is a normal extension of f so ਦੋਵਾਂ ਪਾਰਟਸ ਦੇ ਵਿੱਚ ਇੱਕੋ ਹੀ ਚੀਜ਼ ਜਿਹੜੀ ਹੈਗੀ ਹੈ ਇਸ ਦੇ ਇੱਕ ਪਾਰਟ ਦੇ ਵਿੱਚ ਅਸੀਂ ਮੰਨ ਕੇ ਚੱਲਾਂਗੇ k is normal extension ਕਿਉਂਕਿ ਉਹਦੇ ਦਾ if and only if ਹੈ ਤਾਂ ਇਹ ਚੀਜ਼ ਅਸੀਂ ਪ੍ਰੂਵ ਕਰਾਂਗੇ
ठीक है, ते fifth part ਦੇ ਵਿੱਚ k is a normal extension and we have to prove this isomorphism. So why I'm taking both of the parts as together, because to prove these two parts we need a lemma. So to prove fourth and fifth we need a lemma to prove. The lemma statement is, if k is a normal extension of f, k is a normal extension of f if and only if for each sigma belonging to GE by f, sigma k is equal to k. Because this lemma is based on the normal extension. K is a normal extension of f, and in both fourth and fifth part we have one thing common: k is a normal extension. In the fourth part we have to prove a necessary and sufficient condition, if and only if condition, but in the fifth part we have to imply a single condition. But one thing which is common is k is normal extension of f. So this lemma works on to the both the parts. So firstly we will prove this lemma. So what the statement of this lemma suggests: k is a normal extension of f if and only if sigma belonging to GE by f, sigma k is equal to k. Because we have this diagram, f is contained in k is contained in e. Jeda bhi tusi sigma launge, it will be a automorphism of e. That will be automorphism of e. ਤੇ obviously e ਦੇ ਉੱਪਰ ਅਗਰ ਉਹ ਅਪਲਾਈ ਹੋ ਰਿਹਾ ਹੈਗਾ ਤਾਂ ਉਹਦੇ ਵਿੱਚ k ਦੇ ਵੀ ਐਲੀਮੈਂਟਸ ਹੈਗੇ ਨੇ. I am again making a diagram. ਤੁਹਾਡੇ ਕੋਲ e ਹੈਗਾ, ਆਊਟਸਾਈਡ ਸੈਟ ਇਜ਼ e ਐਂਡ ਦੋਵੇਂ ਸਾਈਡਸ ਤੇ, ਔਰ ਇਨਸਾਈਡ ਜਿਹੜਾ ਸੈਟ ਹੈ that is k. ਨਾਓ ਸਿਗਮਾ ਜਿਹੜਾ ਮੈਪ ਹੈਗਾ ਉਹ ਕੀ ਕਰੇਗਾ, ਇਹਨਾਂ ਦੇ ਵਿੱਚ f ਵੀ ਹੈਗਾ, ਬਟ f ਕਿਉਂਕਿ ਸਿਗਮਾ ਜਿਹੜਾ ਹੈ e by f ਨੂੰ ਬਿਲੋਂਗ ਕਰਦਾ ਹੈਗਾ ਤਾਂ f ਦੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ, f ਤਾਂ f ਦੇ ਵਿੱਚ ਹੀ ਮੈਪ ਹੋਏਗਾ ਕਿਉਂਕਿ f ਦੇ ਐਲੀਮੈਂਟਸ ਫਿਕਸਡ ਹੈ, g e by f ਦਾ ਮੈਂਬਰ ਹੈ. ਬਟ k ਦੇ ਬਾਰੇ ਉਹ ਗੱਲ ਕਰਦਾ, ਅਗਰ k f ਦਾ ਨਾਰਮਲ ਐਕਸਟੈਂਸ਼ਨ ਹੈ ਤਾਂ k ਦੇ ਐਲੀਮੈਂਟਸ ਦੀਆਂ ਇਮੇजेस k ਦੇ ਵਿੱਚ ਹੀ ਜਾਣਗੀਆਂ. ਸਿਗਮਾ k is equal to k, that means k ਦੇ ਐਲੀਮੈਂਟਸ ਦੀਆਂ ਇਮੇजेस k ਦੇ ਵਿੱਚ ਹੀ ਜਾਣਗੀਆਂ, k ਤੋਂ ਬਾਹਰ ਨਹੀਂ ਜਾਣਗੀਆਂ. ਕਿਉਂਕਿ ਨਹੀਂ ਅਦਰਵਾਈਜ਼ ਇਹ ਵੀ ਤਾਂ ਹੋ ਸਕਦਾ ਸੀਗਾ k ਦੇ ਐਲੀਮੈਂਟ ਦੀ ਕੋਈ ਇਮੇਜ e ਦੇ ਇੱਥੇ ਬਾਹਰ ਇੱਧਰ ਬਾਹਰ ਪੋਰਸ਼ਨ ਦੇ ਵਿੱਚ ਚਲੀ ਜਾਵੇ, k ਤੋਂ ਬਾਹਰ ਵਾਲੇ ਪੋਰਸ਼ਨ. But it is not possible if k is a normal extension. ਤਾਂ ਇਹ ਅਸੀਂ ਲੈਮਾ ਦੇ ਵਿੱਚ ਪ੍ਰੂਫ ਕਰਨਾ ਹੈਗਾ ਕਿ k ਦੀਆਂ ਇਮੇजेस ਸਿਰਫ k ਦੇ ਵਿੱਚ ਹੀ ਜਾ ਕੇ ਮੈਪ ਹੋਣਗੀਆਂ, ਆਊਟਸਾਈਡ ਮੈਪ ਨਹੀਂ ਹੋਣਗੀਆਂ. ਇਹ ਅਸੀਂ ਵੈਰੀਫਾਈ ਕਰਨਾ ਹੈ. So to prove this lemma, we will need these two results, result 2 and 3. Result 1, which was already used in the first three parts, and now these are results number 2 and 3. Result number 2 says E is a normal extension of F if and only if every embedding sigma of E in F bar that keeps each element of F fixed maps E onto E. This is the result which has taken from the topic normal extension. So in the topic normal extension, we have proved the theorem in which we have three conditions, and we have proved that all those three conditions are equivalent to the definition of normal extension. So out of those three conditions, one of the condition is this one: every embedding of sigma of E in F bar, ਜਿਹੜੀ embedding E ਤੋਂ ਲੈ ਕੇ F bar ਤੱਕ ਹੋਏਗੀ ਔਰ ਇਹ embedding F ਦੇ elements ਨੂੰ fix ਕਰੇਗੀ, ਤਾਂ ਇਹ embedding up to E ਤੱਕ ਕੀ ਹੋਏਗੀ, onto ਹੋਏਗੀ. That means this will be a automorphism of E. And result number 3, which was very frequently used in all the topics: E is algebraic extension. Let sigma from F to L is embedding of F into an algebraically closed field L. This is a mapping from the field to a algebraically closed field. Then we can extend this map to any algebraic extension of F, and E is algebraic extension, so we can extend this map to eta from E to L. So in this lemma we will repeatedly use these two results, so I have mentioned it earlier. And now coming to the main proof of the lemma. K is a normal extension of F. Let K is a normal extension of F because we have if and only if condition. So firstly we are assuming K is a normal extension of F, and we have to prove sigma K equal to K. So taking sigma belonging to GE by F. Now because E is a extension of K, so that's why restricting sigma to K. So restricting means restricting its domain. So we are taking the domain up to only K. So suppose when we consider the domain up to K, the new map name is sigma star. Now sigma ਜਿਹੜਾ ਮੈਪ ਸੀਗਾ ਉਹ E to E ਸੀਗਾ ਆਪਣੇ ਕੋਲ, ਠੀਕ ਹੈ, ਆਟੋਮੋਰਫਿਜ਼ਮ ਸੀਗਾ. ਹੁਣ ਆਪਾਂ ਨੇ ਸਿਰਫ ਇਸ ਦੀ ਡੋਮੇਨ ਨੂੰ ਰਿਸਟ੍ਰਿਕਟ ਕਰ ਦਿੱਤਾ, K ਤੱਕ ਕਰ ਲਿਆ, ਇਹ ਮੈਪ ਹੋ ਗਿਆ ਆਪਣੇ ਕੋਲ ਸਿਗਮਾ ਸਟਾਰ ਮੈਪ ਹੋ ਗਿਆ. ਹੁਣ ਇਹ ਸਿਗਮਾ ਸਟਾਰ ਜਿਹੜਾ ਹੈਗਾ ਉਹ K to E ਤੁਸੀਂ ਕੰਸੀਡਰ ਕਰ ਸਕਦੇ. ਬਟ E ਜਦੋਂ ਡੋਮੇਨ ਸੀਗੀ ਤਾਂ ਇਹ onto ਸੀਗਾ. ਹੁਣ ਜੇ ਡੋਮੇਨ ਅਸੀਂ ਛੋਟੀ ਕਰ ਲਈ ਹੈਗੀ ਤਾਂ ਆਬਵੀਅਸਲੀ ontoness ਨਹੀਂ ਰਹੀ ਇਸ ਮੈਪ ਦੇ ਵਿੱਚ, ਕਿਉਂਕਿ K ਆ ਗਿਆ ਤਾਂ ਡੋਮੇਨ ਛੋਟਾ ਹੋ ਗਿਆ ਹੈਗਾ.
ऑन्टूनेस नहीं रही तो सिर्फ 1 एंड होमोमॉर्फिज्म ही रहेगी. दैट्स व्हाई वी आर सेइंग सिग्मा स्टार इज एन एम्बेडिंग फ्रॉम k into e. And obviously here you have codomain equal to e, and you can easily extend it because by extending the codomain does not requires any condition. You can extend it up to every extension of e. So we are taking the codomain extended up to f bar. जानबूझ के लिखा गया हैगा knowingly because we need a algebraically closed field on the right hand side so that we can easily apply the result number 3. So we are taking sigma star, which was the map from k to e, and further we are extending its codomain that is up to f bar, so that we must have a algebraically closed field on the right side. So sigma star is a map from k to e, and we have extended e to f bar. And this sigma star also because a sigma तो restrict होके बनया तो up to k तक ये sigma ਨੂੰ ही follow करेगा. So ਅਸੀਂ ਤਾਂ ਉਰੇ ਬਟ up to f तक की गल करते पे हले k ਤੋਂ नीचे f भी ਸੀਗਾ up to f तक sigma star ने sigma ਨੂੰ ਹੀ follow करना हैगा और sigma f ਦੇ एलिमेंट्स ਨੂੰ ਕੀ ਕਰਦਾ ਸੀਗਾ ਫਿਕਸ ਕਰਦਾ ਸੀ. सो इस करके ਜਿਹੜਾ sigma star है वो भी f ਦੇ एलिमेंट्स ਨੂੰ ਕੀ ਕਰੇਗਾ ਫਿਕਸ ਕਰੇਗਾ. sigma star a is equal to sigma a equal to a for all a belonging to f. So we have, you can see this diagram, due to the normality of k over f using result 2. Now you can see the result number 2 here. Sigma of e in f bar, that each element of f fixed maps e onto e if e is a normal extension. So here we have k is a normal extension and all such conditions of result number 2 are satisfied. K is normal over f and sigma star is a map from k to f bar which fixes the elements of f. So according to result number 2, sigma star maps k onto k. That means sigma star k will be equal to k, and obviously sigma star is the restriction of sigma up to k. So sigma and sigma star for the domain k will be equal. So sigma star k will be equal to k and it will again equal to sigma k. So in this way we have justified the necessary part of the lemma. Now conversely, let's sigma from k to f bar. Now conversely we have that कि कोई भी जेड़ा मैप हैगा इस तरह ए वाली कंडीशन है. Conversely we have each sigma belonging to g e by f, sigma k is equal to k, and we have to prove k is a normal extension. So let us suppose sigma is a map from k to f bar. Why we are supposing this map? Because we again want to use the result number 2, and if in according to result number 2 we verify that this is a map which fixes the elements of f. Okay, this map is an embedding as well as it fixes the elements of f. Then we must, and this maps k onto k, और a वाला map k नु k दे ऊपर ही map करता है. Then we must have k is a normal extension. So that's why we are starting from this map. Taking a map from k to f bar is an embedding that keeps each element of f fixed. And if we will prove that this maps sigma k onto k, then we must have k is a normal extension according to the result. सो ਅਸੀਂ ਕੀ ਕਰਦੇ ਹਾਂ ਹੁਣ k to f ਬਾਰੇ ਨੂੰ ਕੰਸੀਡਰ ਤਾਂ ਕਰ ਲਿਆ ਹੈਗਾ, ਠੀਕ ਹੈ, ਪੂਰੇ ਅਸੀਂ ਸਿਗਮਾ ਲਗਾਇਆ. ਇਸ ਸਿਗਮਾ ਨੂੰ ਅਸੀਂ ਹੁਣ ਐਕਸਟੈਂਡ ਕਰਨ ਲੱਗੇ ਆ ਬਿਕੋਜ਼ ਰਿਜ਼ਲਟ ਨੰਬਰ 3 ਕੀ ਕਹਿੰਦਾ ਹੈਗਾ ਕਿ ਕੋਈ ਵੀ ਜਿਹੜਾ ਮੈਪ ਹੈਗਾ ਇੱਕ ਫੀਲਡ ਤੋਂ ਲੈ ਕੇ ਐਲਜੈਬਰਿਕਲੀ ਕਲੋਜ਼ਡ ਫੀਲਡ ਤੱਕ ਉਸ ਨੂੰ ਅਸੀਂ ਇਸ ਡੋਮੇਨ ਦੀ ਕਿਸੇ ਵੀ ਐਲਜੈਬਰਿਕ ਐਕਸਟੈਂਸ਼ਨ ਤੱਕ ਐਕਸਟੈਂਡ ਕਰ ਸਕਦੇ. ਤਾਂ ਇਸ k ਦੀ ਐਲਜੈਬਰਿਕ ਐਕਸਟੈਂਸ਼ਨ ਸਾਡੇ ਕੋਲ e ਅਵੇਲੇਬਲ ਹੈਗੀ ਆ, ਤਾਂ ਇੱਥੋਂ ਤੱਕ ਅਸੀਂ ਇਹਨੂੰ ਐਕਸਟੈਂਡ ਕਰ ਲਵਾਂਗੇ. ਸੋ ਲੈਟ ਅਸ ਸਪੋਜ਼ ਸਿਗਮਾ ਸਟਾਰ. It is a map. Sigma can be extended to sigma star from e to f bar. But this map, sigma star e to f bar, keeps each element of f fixed also because sigma star जेड़ा बनया वो sigma तो ही बनया है. तो ये वाला sigma star भी f दे elements ਨੂੰ fix करेगा क्योंकि sigma fix करता है. और अगर ये f दे elements ਨੂੰ fix करता है और e ਤਾਂ ਸਾਡੇ ਕੋਲ क्वेश्चन ਦੇ ਵਿੱਚ already given ही हैगा कि e is a normal extension of f. So we must say that this sigma star e is equal to e using result number 2 because we are given e is a normal extension. So you can say if sigma star maps e onto e, the sigma star e ਦਾ ਇੱਕ automorphism ਹੋ ਗਿਆ और f ਦੇ elements ਨੂੰ ਫਿਕਸ ਕਰਦਾ ਹੀ ਸੀਗਾ. The sigma star belongs to g e by f.
सो अगर सिग्मा स्टार GE by F ਨੂੰ ਬਿਲੋਂਗ ਕਰਦਾ ਹੈ ਸੋ ਕਨਵਰਸ ਪਾਰਟ ਦੇ ਵਿੱਚ ਜਿਹੜੀ ਸਾਡੀ ਹਾਈਪੋਥेसिस ਸੀ ਉਹ ਇਹੀ ਸੀਗੀ ਕਿ ਕੋਈ ਵੀ ਮੈਪ ਜਿਹੜਾ GE by F ਨੂੰ ਬਿਲੋਂਗ ਕਰੇਗਾ ਉਹ K ਨੂੰ K ਦੇ ਉੱਪਰ ਹੀ ਮੈਪ ਕਰੇਗਾ ਸੋ ਸਿਗਮਾ ਸਟਾਰ K ਮਸਟ ਮੈਪਸ ਔਨ ਟੂ K ਬਟ ਹੁਣ ਸਿਗਮਾ ਤੇ ਸਿਗਮਾ ਸਟਾਰ ਨੂੰ ਅਗਰ ਅਸੀਂ ਆਬਜ਼ਰਵ ਕਰੀਏ ਇਹ ਦੋਵੇਂ ਦੇ ਦੋਵੇਂ K ਦੇ ਉੱਪਰ ਇਕੁਅਲ ਹੈ क्योंकि सिग्मा तो एक्सटेंड होके सिग्मा स्टार बनया तो सिग्मा स्टार ने अप टू K तक सिग्मा ਨੂੰ ਹੀ फॉलो करना तो सिग्मा स्टार K is equal to K है तो सिग्मा स्टार K can be written as sigma K also because up to K तक ये दोवें इक्वल है so we have sigma K equal to K तो it means जिथों ਅਸੀਂ स्टार्ट ਕੀਤਾ ਸੀ ਇਥੋਂ ਦੀ ਕਿ ਇੱਕ ਮੈਪ ਅਸੀਂ sigma K to F ਬਾਰ ਲੈ ਕੇ ਚੱਲੇ ਸੀ ਜਿਹੜਾ F ਦੇ ਐਲੀਮੈਂਟਸ ਨੂੰ ਫਿਕਸ ਕਰਦਾ ਸੀ ਔਰ ਇਸ ਮੈਪ ਦੇ ਲਈ ਆਹ ਕੰਡੀਸ਼ਨ ਅਸੀਂ ਵੈਰੀਫਾਈ ਕਰ ਤਾਂ ਰਿਜ਼ਲਟ ਨੰਬਰ 2 ਸਾਨੂੰ ਫਿਰ ਕੀ ਕਹਿੰਦਾ ਹੈਗਾ ਠੀਕ ਹੈ ਤਾਂ ਇਹ ਚੀਜ਼ ਅਸੀਂ ਵੈਰੀਫਾਈ ਕਰ ਲਈ ਤਾਂ ਰਿਜ਼ਲਟ ਨੰਬਰ 2 ਸਾਨੂੰ ਕੀ ਕਹਿੰਦਾ ਹੈ ਕਿ ਫਿਰ K ਕੀ ਹੋਏਗਾ ਨਾਰਮਲ ਐਕਸਟੈਂਸ਼ਨ ਆਫ in this way we have justified the sufficient condition for lemma also now to prove the fourth part of the theorem so again I am making this diagram and now firstly let K is normal extension of F so fourth part de vich vi ehi statement si ki K is normal extension of F if and only if GE by K is normal subgroup of GE by F. So if and only if condition है, so firstly we are letting K is normal extension of F. ते अगर K normal extension है तो लेमा तो नाल दी नाले follow हो गया कि कोई भी सिग्मा जेड़ा GE by F दा होएगा मेंबर ते उस दे विच अगर तुसी K दा एलिमेंट इनपुट दोगे तो वो उस K दे एलिमेंट नु K दे विच ही लेके जाएगा जो असी लेमा तो वेरीफाई किया तो वही एज सच कंडीशन मैं कॉपी कर ली So, if and only if for every tau belonging to GE by K, we must have tau of sigma K is equal to sigma K. Now, इस चीज का की मीनिंग है ਹੁਣ ਅਸੀਂ ਇੱਕ tau मैप ਜਿਹੜਾ ਹੈਗਾ ਉਹ ਲਿੱਤਾ E by K ਨੂੰ ਬਿਲੋਂਗ ਕਰਦਾ ਬਿਕੋਜ਼ ਇਹਨਾਂ ਦੇ ਵਿੱਚ ਹੀ ਅਸੀਂ ਨਾਰਮੈਲਿਟੀ ਡਿਸਕਸ ਕਰਨੀ ਹੈਗੀ ਹੈ ਇਹਨੂੰ ਪ੍ਰੂਵ ਕਰਨਾ ਹੈ ਕਿ E by K ਨਾਰਮਲ ਸਬ ਗਰੁੱਪ ਹੈ E by F ਦਾ ਤਾਂ ਨਾਰਮੈਲਿਟੀ ਦਾ ਕ੍ਰਾਈਟੇਰੀਆ ਕੀ ਹੁੰਦਾ ਹੈ ਕਿ ਇੱਕ ਮੈਂਬਰ ਤੁਸੀਂ ਸਬ ਗਰੁੱਪ ਦਾ ਲਓ ਸਬ ਗਰੁੱਪ ਦਾ ਮੈਂਬਰ ਅਸੀਂ tau ਲੈ ਲਿਆ ਇੱਕ ਮੈਂਬਰ ਤੁਸੀਂ ਲਓ ਗਰੁੱਪ ਦਾ ਉਹ ਅਸੀਂ ਸਿਗਮਾ ਲੈ ਲਿਆ ਹੈਗਾ ਯੂ ਕੈਨ ਸੀ ਹੇਅਰ ਸਿਗਮਾ ਬਿਲੋਂਗਸ ਟੂ GE by F ਐਂਡ ਇੱਕ ਮੈਂਬਰ ਗਰੁੱਪ ਦਾ ਇੱਕ ਮੈਂਬਰ ਸਬ ਗਰੁੱਪ ਦਾ ਹੋਵੇ then ਅਗਰ ਨਾਰਮੈਲਿਟੀ ਲਈ ਵੈਰੀਫਾਈ ਕਰਨਾ ਹੈਗਾ ਤਾਂ then you have to verify that sigma tau sigma inverse must belong to GE by K अगर ये चीज ਅਸੀਂ प्रूव कर लेने आ तो GE by K की वेरीफाई हो जाएगा नॉर्मल सब ग्रुप ऑफ GE by F this is the criteria of normality of subgroups so that's why we are taking a member tau belonging to GE by K and now if this tau belongs to GE by K that means it fixes the elements of K because by K हैगा तो K ਦੇ एलिमेंट्स ਨੂੰ ਫਿਕਸ ਕਰਦਾ ਤਾਂ K ਦੇ एलिमेंट्स ਦੇ ਵਿੱਚੋਂ ਇੱਕ एलिमेंट ਆ ਵੀ ਹੈਗਾ ਸਾਡੇ ਕੋਲ सिग्मा K ਜਿਹੜਾ ਲੈਮਾ ਤੋਂ ਜਸਟੀਫਾਈ ਹੋਇਆ ਤਾਂ ਇਸ ਕਰਕੇ tau ਦੇ ਵਿੱਚ ਅਗਰ ਅਸੀਂ sigma K ਨੂੰ ਇਨਪੁਟ ਕਰਾਂਗੇ you will get again sigma K क्योंकि K ਦੇ एलिमेंट ਨੂੰ ਫਿਕਸ ਕਰਨਾ ਔਰ ਇਹ K ਦਾ एलिमेंट ਹੈ ਇਸ ਕਰਕੇ ਫਿਕਸ ਹੋ ਗਿਆ ਇਹਦੇ ਉੱਪਰ tau ਦਾ ਕੋਈ ਇਫੈਕਟ ਨਹੀਂ ਹੋਇਆ ਵਾਪਸ sigma K ਆ ਗਿਆ and this holds for all K belonging to K then we have applying sigma inverse on both sides in this equation you will get sigma inverse tau sigma here क्योंकि मैं ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਅਸੀਂ ਆ ਚੀਜ਼ ਜਸਟੀਫਾਈ ਕਰਕੇ ਦੇਣੀ ਹੈ कि sigma inverse tau sigma GE by K ਨੂੰ belong करता है तो applying sigma inverse on both sides you will left with here on the right hand side with K only so that's why you can say that this result holds for all K belonging to K you can see here this map sigma inverse tau sigma okay because sigma and tau both are the automorphisms of E so sigma inverse is the automorphism of E tau is automorphism of E sigma is also automorphism of E and their composition is also a automorphism of E so that this step is saying that कि ये ਜਿਹੜਾ automorphism E ਦਾ ਹੈਗਾ sigma inverse tau sigma ਇਹ K ਦੇ एलिमेंट्स ਨੂੰ ਕੀ ਕਰ ਰਿਹਾ ਹੈਗਾ ਫਿਕਸ ਕਰ ਰਿਹਾ ਹੈਗਾ ਕਿਉਂਕਿ ਇਸ automorphism ਅੰਡਰ ਜਦੋਂ ਅਸੀਂ K ਨੂੰ ਇਨਪੁਟ ਕੀਤਾ ਤਾਂ ਵਾਪਸ ਸਾਡੇ ਕੋਲ K ਹੀ ਆ ਗਿਆ ਤਾਂ it means K ਦੇ एलिमेंट्स ਨੂੰ ਇਹ ਫਿਕਸ ਕਰ ਰਿਹਾ ਹੈ ਤਾਂ it means this is the automorphism of K of E which fixes the elements of K so you can say sigma inverse tau sigma belongs to GE by K this proves that GE by K is a normal subgroup of GE by F so now conversely GE by K is normal subgroup of GE by F ਤਾਂ ਇੱਕ ਤਰ੍ਹਾਂ ਦੇ ਰਿਵਰਸ ਸਟੈਪਸ ਹੀ ਹੈਗੇ ਨੇ अगर GE by K normal subgroup है E by F ਦਾ
देन सिग्मा इनवर्स टॉ सिग्मा, क्योंकि ये नॉर्मल सब ग्रुप है हुण इसका, ठीक है, तो इसका मैंबर वही टॉ हो गया, इसका मैंबर वही सिग्मा हो गया, तो क्योंकि ये नॉर्मल सब ग्रुप है तो ये वाला जो मैंबर है सिग्मा इनवर्स टॉ सिग्मा इट मस्ट बिलोंग टू जी बाय के, रिवर्स स्टेप्स ही चल रहे हैं, तो ये मैंबर ई बाय के बिलोंग करेगा, तो ये कंडीशन अप्लाई होएगी, सिग्मा इनवर्स टॉ सिग्मा के विल बी इक्वल्स टू के, and this holds for all tau belonging to GE by K and for all sigma belonging to GE by F. Now what we will do next step, ਜਿਹੜਾ sigma inverse ਹੈਗਾ ਇਹ right side ਤੇ ਅਸੀਂ apply ਦੋਵੇਂ sides ਤੇ ਜਦੋਂ apply ਕਰ ਦਵਾਂਗੇ ਤਾਂ tau sigma K will be equal to sigma K for all K belonging to K. So in this way you can see that tau fixes sigma K, tau ਜਿਹੜਾ ਹੈਗਾ ਉਹ sigma K ਨੂੰ fix ਕਰਦਾ ਪਿਆ. Just wait. As E is a normal extension of K, proved in first part also, hence K is the fixed field of GE by K. क्योंकि ਅਸੀਂ ਇਹ ਪਹਿਲੇ ਪਾਰਟ ਦੇ ਵਿੱਚ ਇਹ ਪ੍ਰੂਫ ਕੀਤਾ ਸੀਗਾ ਕਿ E ਜਿਹੜਾ ਸੀ ਉਹ K ਦਾ ਨਾਰਮਲ ਐਕਸਟੈਂਸ਼ਨ ਹੈ, ਤਾਂ ਅਗਰ E K ਦਾ ਨਾਰਮਲ ਐਕਸਟੈਂਸ਼ਨ ਹੋਵੇ ਤਾਂ ਰਿਜ਼ਲਟ ਨੰਬਰ 1 ਨੂੰ ਯੂਜ਼ ਕਰਕੇ ਤੁਸੀਂ ਇਹ ਕਹਿ ਸਕਦੇ ਹੋ K GE by K ਦਾ ਫਿਕਸਡ ਫੀਲਡ ਹੈ। ਤਾਂ ਹੁਣ ਇਹ ਵਾਲਾ ਜਿਹੜਾ ਸਟੈਪ ਅਸੀਂ ਜਸਟੀਫਾਈ ਕੀਤਾ ਕਿ ਟੌ ਸਿਗਮਾ K ਨੂੰ ਸਿਗਮਾ K ਤੱਕ ਹੀ ਲੈ ਜਾਂਦਾ, ਸਿਗਮਾ K ਹੀ ਆ ਜਾਂਦਾ ਵਾਪਸ ਆਨਸਰ, ਤਾਂ ਟੌ ਕਿਸ ਦਾ ਮੈਂਬਰ ਸੀਗਾ, E by K ਦਾ ਮੈਂਬਰ ਸੀਗਾ, ਇਸੇ ਦਾ ਹੀ ਮੈਂਬਰ ਸੀ, ਔਰ ਇਸ ਦੀ ਫਿਕਸਡ ਫੀਲਡ ਕੌਣ ਹੈ, K ਹੈ, ਤਾਂ ਅਗਰ ਇਸ ਦੀ ਫਿਕਸਡ ਫੀਲਡ K ਹੈ ਤਾਂ ਇਹਦਾ ਮਤਲਬ ਹੈ ਸਿਗਮਾ K ਫਿਕਸਡ ਫੀਲਡ ਦੇ ਵਿੱਚ ਪਹੁੰਚ ਗਿਆ, ਤਾਂ ਸਿਗਮਾ K ਦਾ ਮਤਲਬ ਕਿ ਬਿਲੋਂਗ ਕਰਨ ਲੱਗ ਗਿਆ K ਨੂੰ, ਤੇ ਅਗਰ ਇਹ K ਨੂੰ ਬਿਲੋਂਗ ਕਰਨ ਲੱਗ ਗਿਆ ਤਾਂ ਲੈਮਾ ਨੂੰ ਯੂਜ਼ ਕਰਕੇ ਤੁਸੀਂ ਦੇਖ ਸਕਦੇ ਹੋ, ਲੈਮਾ ਦੀ ਸਟੇਟਮੈਂਟ ਇਹੀ ਸੀਗੀ कि ਜਿਹੜਾ ਵੀ ਸਿਗਮਾ ਤੁਸੀਂ GE by F ਦਾ ਮੈਂਬਰ ਲਾਓਗੇ, ਆ ਸਿਗਮਾ ਸੀ GE by F ਦਾ ਮੈਂਬਰ ਲਿੱਤਾ ਸੀ, ਔਰ ਇਹ ਸਿਗਮਾ ਕੀ ਕਰਨ ਲੱਗ ਪਿਆ ਹੁਣ, ਸਿਗਮਾ K belongs to K, that means K ਦੇ ਐਲੀਮੈਂਟਸ ਨੂੰ K ਦੇ ਵਿੱਚ ਹੀ ਲੈ ਕੇ ਜਾਣ ਲੱਗ ਪਿਆ, ਤਾਂ ਲੈਮਾ ਫਿਰ ਕੀ ਕਹਿੰਦਾ ਸੀ, ਅਗਰ ਇਹ ਚੀਜ਼ ਹੁੰਦੀ ਹੈ ਤਾਂ K F ਦਾ ਕੀ ਹੋਏਗਾ, ਨਾਰਮਲ ਐਕਸਟੈਂਸ਼ਨ। So now coming to the fifth part. So fifth part says if K is a normal extension of F, then we have to prove GK by F is isomorphic to GE by F by GE by K. This thing we have to prove in the fifth part. So we are given K is a normal extension of F. So again using lemma, for each sigma belonging to GE by F, we have sigma K equal to K. So again restricting sigma to sigma star. So जिस तरह से fourth part ਵਿੱਚ ਕੀਤਾ ਸੀ same ਉਵੇਂ ਚੱਲਦਾ ਪਿਆ ਹਾਲੇ ਤੱਕ, ਤਾਂ sigma ਨੂੰ restrict ਕਰ ਲਿਆ sigma star की, यानी ਉਹਦੀ ਡੋਮੇਨ ਜਿਹੜੀ ਹੈ ਉਹ ਛੋਟੀ ਕਰ ਲਈ, E ਤੋਂ ਡੋਮੇਨ ਛੋਟੀ ਕਰਕੇ K ਤੱਕ ਲੈ ਆਂਦੀ, ਤੇ ਨਵੇਂ ਮੈਪ ਦਾ ਨਾਮ ਅਸੀਂ ਜਿਹੜਾ ਹੈਗਾ ਉਹ ਆਪਣਾ ਸਿਗਮਾ ਸਟਾਰ ਰੱਖ ਲਿਆ, ਸਿਗਮਾ ਇਹਦੇ ਉੱਪਰ ਸੀਗਾ ਮੈਪ ਔਰ ਸਿਗਮਾ ਸਟਾਰ ਆਪਣਾ K ਦੇ ਉੱਪਰ ਹੈਗਾ, ਠੀਕ ਹੈ, ਤੇ ਡੋਮੇਨ ਛੋਟੀ ਕੀਤੀ ਹੈ ਬਟ ਕੋ ਡੋਮੇਨ ਅਪ ਟੂ E ਤੱਕ ਹੀ ਰਹੂਗੀ, ਔਰ ਸਿਗਮਾ ਸਟਾਰ K ਇਜ਼ ਇਕੁਅਲ ਟੂ ਸਿਗਮਾ K, ਔਰ ਦੋਵੇਂ ਦੇ ਦੋਵੇਂ ਅਪ ਟੂ K ਤੱਕ ਜਿਹੜੇ ਹੈਗੇ ਨੇ ਸੇਮ ਰਹਿਣਗੇ ਕਿਉਂਕਿ ਉਤੋਂ ਹੀ ਰਿਸਟ੍ਰਿਕਟ ਹੋਇਆ। ਨਾਓ ਬਟ ਸਿਗਮਾ K ਤਾਂ K ਨੂੰ ਬਿਲੋਂਗ ਕਰਦਾ ਹੈਗਾ, ਅਕੋਰਡਿੰਗ ਟੂ ਦਾ ਲੈਮਾ sigma K must belongs to K because we have this thing sigma K equal to K. So sigma star K ਦਾ ਜਿਹੜਾ ਆਨਸਰ ਹੈ ਇਹਦਾ ਮਤਲਬ ਇਹ ਵੀ ਕਿਹਨੂੰ ਬਿਲੋਂਗ ਕਰਨ ਲੱਗ ਪਿਆ, K ਨੂੰ ਬਿਲੋਂਗ ਕਰਨ ਲੱਗ ਪਿਆ, ਤਾਂ sigma star ਜਿਹੜਾ ਮੈਪ ਸੀਗਾ ਉਹ ਅਸੀਂ ਕਿਹਾ ਸੀਗਾ K to E ਤੱਕ ਹੈ, ਬਟ ਸਾਨੇ ਕੀ ਆਬਜ਼ਰਵ ਕੀਤਾ ਕਿ sigma star ਦੇ ਅੰਡਰ ਜਿਹੜੇ K ਦੀਆਂ ਇਮੇजेस ਹੈ ਉਹ K ਤੱਕ ਹੀ ਜਾ ਰਹੀਆਂ ਹੈਗੀਆਂ, ਤਾਂ ਇਹਦਾ ਮਤਲਬ ਇਸ ਸਿਗਮਾ ਸਟਾਰ ਨੂੰ ਅਸੀਂ ਕੀ ਕਹਿ ਸਕਦੇ ਹਾਂ, ਅਪ ਟੂ E ਇਹਦੀ ਕੋਡੋਮੇਨ ਸੀਗੀ, ਬਟ ਇਹ ਜਿਹੜਾ ਹੈਗਾ ਅਪ ਟੂ K ਤੱਕ ਹੀ ਮੈਪ ਹੋ ਰਿਹਾ ਹੈਗਾ, ਇਟ ਮੀਨਸ ਇਹ ਔਨ ਟੂ ਕਿੱਥੇ ਤੱਕ ਹੈ, ਅਪ ਟੂ K ਤੱਕ ਹੀ ਹੈਗਾ, ਸੋ ਵੀ ਕੈਨ ਸੇ ਸਿਗਮਾ ਸਟਾਰ ਇਜ਼ ਐਨ ਆਟੋਮੋਰਫਿਜ਼ਮ ਫਰਮ K ਔਨ ਟੂ K, ਔਰ ਸਿਗਮਾ ਸਟਾਰ ਜਿਹੜਾ ਹੈਗਾ ਉਹ ਕਿਉਂਕਿ ਸਿਗਮਾ ਤੋਂ ਹੀ ਬਣਿਆ, ਸਿਗਮਾ F ਦੇ ਐਲੀਮੈਂਟਸ ਨੂੰ ਫਿਕਸ ਕਰਦਾ ਸੀ, ਸੋ ਇਸ ਕਰਕੇ ਸਿਗਮਾ ਸਟਾਰ ਵੀ ਕੀ ਕਰੇਗਾ, F ਦੇ ਐਲੀਮੈਂਟਸ ਨੂੰ ਫਿਕਸ ਕਰੇਗਾ, which keeps elements of F fixed. So you can say that this sigma star is automorphism of K fixing the elements of F. That means sigma star belongs to GK by F. So we will consider a map F which is from GE by F to GK by F because we have to establish a isomorphism, and so that's why we are taking a map from GE by F to GK by F. ਤੁਸੀਂ ਦੇਖ ਸਕਦੇ ਹੋ ਇਹ ਮੈਪ ਤੁਸੀਂ ਕਿਵੇਂ ਡਿਫਾਈਨ ਕਰ ਸਕਦੇ ਹੋ, ਹੁਣੀ ਅਸੀਂ ਕੈਲਕੂਲੇਸ਼ਨ ਕੀਤੀ ਕਿ ਜਿਹੜਾ ਸਿਗਮਾ GE by F ਨੂੰ ਬਿਲੋਂਗ ਕੀਤਾ ਸੀ ਉਹਦੇ ਕੋਰਸਪੋਂਡਿੰਗ ਅਸੀਂ ਸਿਗਮਾ ਸਟਾਰ ਕ੍ਰੀਏਟ ਕਰ ਲਿਆ ਹੈਗਾ ਜਿਹੜਾ GK by F ਨੂੰ ਬਿਲੋਂਗ ਕਰਦਾ, so that's why we are taking this map from F sigma sigma maps to sigma star. ਜੇ ਅਸੀਂ ਸਿਗਮਾ ਲਿੱਤਾ E by F ਦੇ ਵਿੱਚੋਂ ਤਾਂ ਉਹਦੇ ਕੋਰਸਪੋਂਡਿੰਗ ਸਾਡੇ ਕੋਲ ਸਿਗਮਾ ਸਟਾਰ ਆ ਗਿਆ ਜਿਹੜਾ K by F ਦਾ ਮੈਂਬਰ, so the map can be defined
And also you can verify this for this map that this F is a this map is F is a homomorphism. How you can verify it? Take because F this one if you have to verify it is a homomorphism, that means you have to verify F sigma 1 sigma 2 equal to F of sigma 1 into F of sigma 2. This thing you have to verify. So F sigma 1 sigma 2 means this thing sigma 1 sigma 2 star, and F of sigma 1 into F of sigma 2, F of sigma 1 is sigma 1 star and F of sigma 2 is sigma 2 star. So we are calculating from the right hand side, you can say. So right hand side to ਅਸੀਂ calculation ਸ਼ੁਰੂ ਕੀਤੀ ਹੈ sigma 1 star sigma 2 star ਤੇ domain ਕਿਉਂਕਿ k ਹੈਗੀ ਆ stars ਵਾਲਿਆਂ ਦੀ ਸਾਰਿਆਂ ਦੀ, ਤਾਂ k ਦੇ ਉੱਪਰ ਹੀ ਅਪਲਾਈ ਕੀਤਾ. So you can operate it like this sigma 1 star sigma 2 star k, but star ਵਾਲੇ ਜਿਹੜੇ ਮੈਪ ਹੈ ਉਹ up to k ਤੱਕ ਜਿਹੜੇ ਹੈ ਇਹਦੇ ਬਰਾਬਰ ਹੈ sigma ਦੇ. star ਹਟ ਜਾਂਦਾ ਜਦੋਂ k ਦਾ ਮੈਂਬਰ ਹੋ. So that means you can simply write sigma 2k, ਔਰ sigma 2k ਜਿਹੜਾ ਹੈਗਾ ਇਹ ਵੀ ਅਗੇਨ ਕਿਉਂਕਿ ਆਹ ਕੰਡੀਸ਼ਨ ਆਪਾਂ ਨੂੰ ਕੀ ਕਹਿੰਦੀ ਹੈ ਕਿ ਜਿੰਨੇ ਵੀ k ਦੇ ਉੱਪਰ ਸਿਗਮਾਸ ਲੱਗੇ ਹੋਏ ਆ ਸਿੰਪਲ ਸਿਗਮਾਸ ਉਹ k ਦੇ ਹੀ ਮੈਂਬਰ ਹੈ, ਤਾਂ ਇਹ ਵੀ k ਦਾ ਹੀ ਮੈਂਬਰ ਹੈਗਾ. ਸੋ ਇਹਦੇ ਉੱਪਰੋਂ ਵੀ ਅਸੀਂ ਇਟ ਮੀਨਸ ਇਹਨੂੰ sigma 2k ਨੂੰ ਐਜ਼ ਅ k ਹੀ ਅਸੀਂ ਅਸਿਊਮ ਕਰ ਸਕਦੇ, ਤਾਂ ਆਹ ਵਾਲਾ ਸਟਾਰ ਵੀ ਸਾਡਾ ਹਟ ਸਕਦਾ ਹੈ. ਸੋ ਯੂ ਵਿਲ ਗੈਟ sigma 1 sigma 2k ਔਰ sigma 1 sigma 2 ਤੇ ਫਿਰ ਵਾਪਸ ਇਹੀ ਸੇਮ ਕੰਡੀਸ਼ਨ ਨੂੰ ਯੂਜ਼ ਕਰਕੇ ਇਹਦੇ ਉੱਪਰ ਸਟਾਰ ਫਿਰ ਅਪਲਾਈ ਹੋ ਗਿਆ sigma 1 sigma 2 star k. That means you have proved this thing, that is f of sigma 1 sigma 2 is equals to f of sigma 1 into f of sigma 2. That means you can say f is a homomorphism of GE by f into GK by f. So fundamental theorem of homomorphism says if you have a homomorphism between two groups, then domain side वाला जेड़ा group हुंदा है उसदे by kernel f अगर ਅਸੀਂ रखांगे it will be isomorphic to image of f. ਤਾਂ image of f ਜਿਹੜੀ ਹੈ obviously ਜਿਹੜੀ range ਹੁੰਦੀ ਹੈ ਉਹ ਕੋਡੋਮੇਨ ਦਾ ਸਬਸੈਟ ਹੁੰਦੀ ਹੈ, ਤਾਂ image f ਕਿਸ ਦਾ ਸਬਸੈਟ ਹੋਏਗੀ ਉਰੇ gk by f ਦਾ. So that's why we are writing image f subset of gk by f. ਤੇ ਹੁਣ kernel f ਪਹਿਲਾਂ ਕੈਲਕੂਲੇਟ ਕਰੀਏ ਕੀ ਹੋਏਗਾ ਇਸ ਮੈਪ ਦਾ. kernel f means those members of the domain whose image is identity. So sigma belongs to GE by f such that f sigma equal to identity. That means sigma belongs to GE by f और f sigma किस दे बराबर सीगा sigma star is equal to identity. और sigma star equal to identity means sigma star जेड़ा मैप सीगा वो अपने कोल k दी domain सीगी उसकी. So that means you must have sigma star k is equal to k क्योंकि identity मैप है, k दे elements ਨੂੰ fix ਕਰਨ ਲੱਗ ਪਊਗਾ. ਤਾਂ it means ਕੀ ਹੋਇਆ ਤੇ sigma star k ਤੇ sigma k ਬਰਾਬਰ ਸੀਗੇ up to k ਤੱਕ, ਤਾਂ sigma k equal to k ਆ ਗਿਆ for all k belonging to k. ਸੋ ਜਿਹੜਾ ਇਹ ਵਾਲਾ sigma ਅਸੀਂ ਪਹਿਲਾਂ ਕਲੇਮ ਕਰ ਰਹੇ ਸੀ ਸਿਰਫ f ਤੱਕ ਐਲੀਮੈਂਟਸ ਨੂੰ ਫਿਕਸ ਕਰ ਰਿਹਾ, ਨਹੀਂ ਇਹ f ਤੋਂ ਵੀ ਅੱਗੇ k ਦੇ ਐਲੀਮੈਂਟਸ ਨੂੰ ਵੀ ਫਿਕਸ ਕਰ ਰਿਹਾ ਹੈ. So you can say this sigma belongs to GE by k. So kernel of f will be equal to GE by k. ਤਾਂ ਇਟ ਮੀਨਸ ਇਸ ਸਟਾਰ ਨੂੰ ਯੂਜ਼ ਕਰਕੇ ਤੁਹਾਡੇ ਕੋਲ ਆਹ ਕੰਡੀਸ਼ਨ ਜਿਹੜੀ ਹੈਗੀ ਹੈ 1 ਨੰਬਰ ਇਹ ਡਿਰਾਈਵ ਹੋ ਜਾਏਗੀ. ਕਰਨਲ f ਦੀ ਵੈਲਿਊ ਤੁਸੀਂ ਉਰੇ ਸਬਸਟੀਟਿਊਟ ਕਰ ਦੇਣੀ GE by k. ਹੁਣ ਇਮੇਜ f ਦੀ ਗੱਲ ਕਰਾਂਗੇ ਅੱਗੇ, ਤੇ ਫਰਦਰ ਇਸੇ ਥਿਓਰਮ ਦਾ ਜਿਹੜਾ ਥਰਡ ਪਾਰਟ ਸੀਗਾ ਉਹ ਇਹ ਸਾਨੂੰ ਸੁਜੈਸਟ ਕਰਦਾ ਸੀਗਾ ਕਿ ਡਾਇਮੈਂਸ਼ਨ k over f ਇੰਡੈਕਸ ਆਫ GE by k in GE by f ਸੀਗਾ. that means ਇਸ ਆਰਡਰ ਦੇ ਬਰਾਬਰ ਸੀ, ਇੰਡੈਕਸ ਇਹੀ ਹੁੰਦਾ ਆਰਡਰ ਆਫ ਦਾ ਗਰੁੱਪ ਡਿਵਾਈਡਡ ਬਾਈ ਆਰਡਰ ਆਫ ਦਾ ਸਬ ਗਰੁੱਪ GE by f by GE by k. ਕਿਉਂਕਿ ਆਹੀ ਚੀਜ਼ ਆਪਣੇ ਕੋਲ ਥਰਡ ਪਾਰਟ ਦੇ ਵਿੱਚ ਹੈਗੀ ਸੀ ਬਟ ਗਰੁੱਪ ਨਹੀਂ ਸੀਗਾ, ਇਸ ਦਾ ਆਰਡਰ ਸੀਗਾ, ਤਾਂ ਕਰਕੇ ਇਹ ਸਟੈਪ ਅਸੀਂ ਪਿਕ ਕੀਤਾ ਹੈਗਾ. ਸੋ ਯੂਜ਼ਿੰਗ ਰਿਜ਼ਲਟ 1 k ਕਿਉਂਕਿ ਨਾਰਮਲ ਹੈਗਾ ਓਵਰ f, ਠੀਕ ਹੈ, ਜਿਹੜਾ ਰਿਜ਼ਲਟ 1 ਅਸੀਂ ਉਹ ਤਿੰਨ ਕੰਡੀਸ਼ਨਸ ਇੰਪਲਾਈ ਕਰਦੀਆਂ ਨੇ ਜਿਸ ਦੇ ਵਿੱਚ ਕਿ ਅਗਰ k f ਦੇ ਉੱਪਰ ਨਾਰਮਲ ਹੈਗਾ ਤਾਂ gk by f is equal to ਆਰਡਰ ਡਾਇਮੈਂਸ਼ਨ ਆਫ k over f ਹੁੰਦਾ ਹੈਗਾ. ਰਿਜ਼ਲਟ 1 you can see in the starting which we have used in the first part also. ਤਾਂ k by f ਗੈਲਵਾ ਗਰੁੱਪ ਦਾ ਆਰਡਰ ਡਾਇਮੈਂਸ਼ਨ k over f ਦੇ ਬਰਾਬਰ ਹੋ ਜਾਏਗਾ. ਤਾਂ 2 and 3 ਨੂੰ ਯੂਜ਼ ਕਰਕੇ ਕਿਉਂਕਿ ਇਹ ਵਾਲੀ ਵੈਲਿਊ ਆਪਾਂ ਨੇ ਸੈਕੰਡ ਕੰਡੀਸ਼ਨ ਚ ਲਿਖੀ ਸੀ ਇਹਦੇ ਬਰਾਬਰ ਹੈ, ਤਾਂ ਇਟ ਮੀਨਸ ਇਹ ਦੋਵੇਂ ਬਰਾਬਰ ਹੋ ਗਏ. ਤੇ 1 ਆਪਾਂ ਨੂੰ ਕੀ ਕਹਿੰਦਾ ਹੈਗਾ ਕਿ ਇਹ ਜਿਹੜਾ ਹੈਗਾ ਇਹ gk by f ਦੇ ਸਬ ਗਰੁੱਪ ਦੇ ਆਈਸੋਮੋਰਫਿਕ ਹੈ. ਇੱਥੇ ਤੁਸੀਂ ਦੇਖ ਸਕਦੇ ਕਿਸ ਦੇ ਆਈਸੋਮੋਰਫਿਕ ਹੈ, ਇਮੇਜ f ਦੇ ਜਿਹੜਾ gk by f ਦਾ ਸਬ ਗਰੁੱਪ ਹੈ. ਬਟ ਜਿਹੜਾ ਸਬ ਗਰੁੱਪ ਦਾ ਆਰਡਰ ਹੈਗਾ, ਜਿਹੜਾ ਇਸ ਦਾ ਪੂਰੇ ਗਰੁੱਪ ਦਾ ਆਰਡਰ ਹੈ ਉਹ ਸਬ ਗਰੁੱਪ ਦੇ ਆਰਡਰ ਦੇ ਬਰਾਬਰ ਹੀ ਆ ਗਿਆ. ਸੋ ਇਟ ਮੀਨਸ ਕੀ ਹੋ ਗਿਆ ਕਿ ਜਿਹੜਾ gk by f ਹੈ ਉਹ ਇਹਦੇ ਸਬ ਗਰੁੱਪ ਦੇ ਨਹੀਂ ਇਸੇ ਦੇ ਹੀ ਆਈਸੋਮੋਰਫਿਕ ਹੋਏਗਾ, ਔਰ ਇਹੀ ਅਸੀਂ ਵੈਰੀਫਾਈ ਕਰਨਾ ਸੀ.